ਔਕਾਰ ਟੀਵੀ ਦੇ ਦਰਸ਼ਕੋ, ਅਸੀਂ ਅੱਜ ਅਫਗਾਨਿਸਤਾਨ ਦੇ ਮਚੇ ਹੋਏ ਘਮਾਸਾਨ ਤੇ ਗੱਲਬਾਤ ਕਰਨ ਜਾ ਰਹੇ ਹਾਂ। ਮੈਂ ਰਿਸ਼ਪਾਲ ਸਿੰਘ ਤੇ ਔਕਾਰ ਟੀਵੀ ਨਾਲ ਜੁੜ ਰਹੇ ਨੇ ਪ੍ਰਿੰਸੀਪਲ ਤਜਿੰਦਰ ਸਿੰਘ ਜੀ, ਜੋ ਕਿ ਐਕਸਪਰਟ ਨੇ ਜੀਓ ਪੋਲਿਟਿਕਸ ਦੇ। ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ। ਸਰਦਾਰ ਤਜਿੰਦਰ ਸਿੰਘ ਜੀ, ਔਕਾਰ ਟੀਵੀ ਦੀ ਟੀਮ ਵੱਲੋਂ ਤੁਹਾਨੂੰ ਜੀ ਆਇਆਂ, ਤੁਹਾਡਾ ਨਿੱਘਾ ਸਵਾਗਤ। ਬਹੁਤ ਬਹੁਤ ਸ਼ੁਕਰੀਆ ਸਰ। ਸ਼ਾਹ ਸਾਹਿਬ ਜੀ, ਜਿਹੜੇ ਅਸੀਂ ਅੱਜ ਤੁਹਾਨੂੰ ਬੇਨਤੀ ਕੀਤੀ ਹੈ ਜਾਂ ਤੁਹਾਡੀ ਸੇਵਾ ਲੈਣੀ ਚਾਹੁੰਦੇ ਹਾਂ, ਆਮ ਬੱਚਾ, ਆਮ ਨੌਜਵਾਨ, ਆਮ ਨਾਗਰਿਕ ਦੇਸ਼ ਤੇ ਵਿਦੇਸ਼ ਵਿੱਚ ਵੱਸਦਾ, ਜਿਹੜਾ ਆਪਣੇ ਪੜ੍ਹਾਈ ਵਿੱਚ, ਆਪਣੀ ਕਿਰਤ ਵਿੱਚ ਬਹੁਤ ਜ਼ਿਆਦਾ ਰੁਝੇਵੇਂ ਵਿੱਚ ਹੈ, ਉਹਦਾ ਸਵਾਲ ਹੈ ਕਿ ਇਹ ਜਿਹੜੀ ਲੜਾਈ ਹੈ ਅਫਗਾਨਿਸਤਾਨ ਦੇ ਅੰਦਰ, ਇਹ ਕਿਸੇ ਦੇਸ਼ਾਂ ਦੀ ਹੈ, ਕਿਸੇ ਧਰਮਾਂ ਦੀ ਹੈ, ਕਿਸੇ ਨਸਲਾਂ ਦੀ ਹੈ, ਇਹ ਲੜਾਈ ਕੀ ਹੈ। ਦੂਸਰਾ ਜਿਹੜਾ ਮੇਰਾ ਕੁਐਸਚਨ ਹੈ ਕਿ ਸੋਵੀਅਤ ਯੂਨੀਅਨ ਦੇ ਅਫਗਾਨਿਸਤਾਨ ਵਿੱਚ ਘੁੱਸਣ ਤੋਂ ਪਹਿਲਾਂ ਅਫਗਾਨਿਸਤਾਨ ਇੱਕ ਅਮੀਰ, ਖੁਸ਼ਹਾਲ ਤੇ ਸ਼ਾਂਤ ਮੁਲਕ ਸੀ। 1400 ਤੋਂ ਜ਼ਿਆਦਾ ਖਣਿਜ ਖੇਤਰ ਇਹਦੇ ਵਿੱਚੋਂ ਪਦਾਰਥ ਨਿਕਲਦੇ ਆ, ਐਸਾ ਇਹ ਜਖਰੇਜ਼ ਖੇਤਰ ਹੈ। ਤੇ ਦੁਨੀਆ ਭਰ ਦੇ ਵਿੱਚੋਂ ਕਿਤੇ 22% ਸੋਨੇ ਦੀ ਜਿਹੜੀ ਉਪਜ ਹੈ ਇਕੱਲੇ ਅਫਗਾਨਿਸਤਾਨ ਦੇ ਵਿੱਚ ਹੁੰਦੀ ਹੈ। ਇੰਨਾ ਅਮੀਰ ਤੇ ਖੁਸ਼ਹਾਲ ਦੇਸ਼, ਤੇ ਉੱਥੇ ਜਿਹੜੀ ਅੱਜ ਖਾਨਾ ਜੰਗੀ ਹੋ ਰਹੀ ਹੈ, ਉਹ ਦੇਖ ਕੇ ਦਿਲ ਦਰਵਦਾ ਹੈ, ਦਿਲ ਦੁਖੀ ਹੁੰਦਾ ਹੈ। ਇਹ ਕੀ ਕਾਰਨ ਹੈ ਕਿ ਇਹ ਜੰਗ ਕਿਉਂ ਛਿੜੀ ਹੋਈ ਹੈ ਤੇ ਇਹ ਹਾਲਾਤ ਕਿਉਂ ਬਣੇ? ਸਭ ਤੋਂ ਪਹਿਲਾਂ ਤਾਂ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸ਼ੁਕਰੀਆ। ਔਰ ਜਿੱਥੋਂ ਤੱਕ ਤੁਹਾਡੇ ਸਵਾਲਾਂ ਦਾ ਤਾਲਕ ਹੈ, ਉਹ ਇੱਕ ਇੱਕ ਕਰਕੇ ਮੈਂ ਲੈਣਾ ਹੈ ਕਿ ਸਭ ਤੋਂ ਪਹਿਲੀ ਗੱਲ ਤੇ ਇਹ ਜਿਹੜੀ ਲੜਾਈ ਆ, ਉਹ ਧਰਮਾਂ ਦੀ ਲੜਾਈ ਆ ਜਾਂ ਉਹ ਖਿੱਤਿਆਂ ਦੀ ਲੜਾਈ ਆ, ਰੀਜਨਲ ਬੈਟਲ ਹੈਗੀ ਆ। ਇਹਦੇ ਲਈ ਇਹ ਸਾਰਾ ਅਫਗਾਨਿਸਤਾਨ ਬਾਰੇ ਅਕਸਰ ਇੱਕ ਕਹਾਵਤ ਕਹੀ ਜਾਂਦੀ ਹੈ ਕਿ ਰੱਬ ਨੇ ਜਦੋਂ ਧਰਤੀ ਬਣਾਈ ਤੇ ਜਦੋਂ ਸਾਰਾ ਕੁਝ ਬਣ ਗਿਆ ਤੇ ਜਿਹੜਾ ਰਹਿੰਦਾ ਮਟੀਰੀਅਲ ਸੀਗਾ, ਸੀਮੈਂਟ, ਰੇਤਾ, ਗਾਰਾ ਸੀਗਾ, ਉਹ ਅਫਗਾਨਿਸਤਾਨ ਦੇ ਉੱਪਰ ਮੜ ਕੇ ਰੱਖ ਦਿੱਤਾ। ਔਰ ਇਹਨੂੰ ਅਫਗਾਨਿਸਤਾਨ ਦੀ ਅਸੀਂ ਕੁੱਲ ਇਤਿਹਾਸ ਵੱਲ ਅਗਰ ਝਾਤੀ ਮਾਰੀਏ ਤੇ ਉੱਥੋਂ ਦੇ ਲੋਕਾਂ ਦੀ ਕਿਸਮਤ ਵੀ ਬੜੀ ਅਜੀਬੋ ਗਰੀਬ ਹੈ ਕਿ ਉਹਨਾਂ ਨੇ ਪੰਜਾਬੀ 'ਚ ਵੀ ਆਪਾਂ ਕਹਾਵਤ ਕਹਿੰਦੇ ਹੁੰਦੇ ਹਾਂ ਕਿ ਕਾਬਲ ਦੇ ਜੰਮਿਆਂ ਨੂੰ ਨਿਤ ਮੁਹਿੰਮਾਂ। ਤੋ ਉਹਨਾਂ ਲੋਕਾਂ ਨੇ ਹਮੇਸ਼ਾ ਖਾਨਾ ਜੰਗੀ ਜਾਂ ਵਿਦੇਸ਼ੀ ਹਮਲਿਆਂ ਦਾ ਸਾਹਮਣਾ ਸਮੇਂ-ਸਮਿਆਂ ਦੇ ਉੱਤੇ ਕੀਤਾ। ਉਹਨਾਂ ਦੇ ਖਿੱਤਿਆਂ ਨੂੰ ਔਰ ਉੱਥੋਂ ਦੀ ਜਿਹੜੀ ਪਾਪੂਲੇਸ਼ਨ ਆ ਉਹਨੂੰ ਸਮਝਣਾ ਬੜਾ ਜ਼ਰੂਰੀ ਆ। ਪਹਿਲੀ ਗੱਲ ਤੇ ਕਿ ਇਹ ਜਿਹੜਾ ਅਫਗਾਨਿਸਤਾਨ ਹੈ, ਇਹ ਬਿਲਕੁਲ ਜਿਹੜਾ ਸੈਂਟਰਲ ਏਸ਼ੀਆ ਦਾ ਇੱਕ ਹਿੱਸਾ ਹੈ, ਜਿਹਦੇ ਵਿੱਚ ਨਾਰਥ ਵੈਸਟ ਦੇ ਵਿੱਚ ਤੁਰਕਮੇਨਿਸਤਾਨ ਹੈ ਔਰ ਨਾਰਥ ਈਸਟ ਦੇ ਵਿੱਚ ਤਜ਼ਾਕਿਸਤਾਨ ਹੈ। ਔਰ ਤਜ਼ਾਕਿਸਤਾਨ ਨਾਲ ਜਿਹੜਾ ਬਾਰਡਰ ਲੱਗਦਾ, ਉੱਥੇ ਤਾਜ਼ਿਕ ਕਮਿਊਨਿਟੀ ਆ। ਇਹ ਕੁਛ ਜਿਹੜੀਆਂ ਐਥਨਿਕ ਗਰੁੱਪਸ ਹੈਗੇ ਆ ਉੱਥੇ ਬਣੇ ਹੋਏ, ਜਿਹੜੇ ਇਹਨਾਂ ਦੀ ਆਬਾਦੀ 33% ਹੈ। ਤੁਰਕਮੇਨਿਸਤਾਨ ਦੇ ਨਾਲ ਤੁਰਕਮੈਨ ਲੱਗਦੇ ਆ, ਜਿਨ੍ਹਾਂ ਦੀ ਆਬਾਦੀ ਸਿਰਫ 3% ਹੈ। ਉਜ਼ਬੇਕ 9% ਹੈਗੇ ਆ। ਔਰ ਪੱਛਮੀ ਪਾਸੇ ਉੱਤਰ ਪੱਛਮ ਦੇ ਵਿੱਚ ਅਹਿਮਕ ਹੈ, ਜਿਹੜੇ ਪਰਸ਼ੀਅਨ ਬੋਲਦੇ ਆ, ਨੋਮੈਡ ਹੈ, ਘੁਮੱਕੜ ਪ੍ਰਜਾਤੀਆਂ ਹੈਗੀਆਂ ਜਿਹੜੀਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਪਣੇ ਪਸ਼ੂ ਜਿਹੜੇ ਲੈ ਕੇ ਜਾਂਦੀਆਂ। ਇਹਨਾਂ ਦੀ ਆਬਾਦੀ 4% ਹੈ। ਸੈਂਟਰ ਦੇ ਵਿੱਚ ਜਿਹੜੀ ਮੇਨ ਜਿਹੜਾ ਏਰੀਆ ਜਿੱਥੇ ਕਾਬੁਲ ਹੈ, ਤੁਹਾਡਾ ਕੰਧਾਰ, ਜਿਹੜੇ ਮੇਜਰ ਜਿਹੜੀਆਂ ਸਿਟੀਜ਼ ਆ, ਰਾਜਧਾਨੀਆਂ, ਉਹ ਪਸ਼ਤੂਨ ਹੈ ਜਾਂ ਪਖਤੂਨ ਪੰਜਾਬੀ 'ਚ ਆਪਾਂ ਕਹਿੰਦੇ ਹਾਂ। ਪਸ਼ਤੋ ਭਾਸ਼ਾ ਬੋਲਦੇ, ਇਸ ਕਰਕੇ ਪਸ਼ਤੂਨ ਵੀ ਕਹਿ ਦਿੰਦੇ ਆ। ਤੇ ਇਹਨਾਂ ਦੀ ਆਬਾਦੀ ਸਭ ਤੋਂ ਜ਼ਿਆਦਾ 42% ਹੈ। ਔਰ ਸਾਊਥ ਜਿਹੜਾ ਪਾਕਿਸਤਾਨ ਦਾ ਇਲਾਕਾ ਲੱਗਦਾ, ਇੱਥੇ ਬਲੋਚ ਰਹਿੰਦੇ ਆ, 2% ਆਬਾਦੀ। ਔਰ ਇਹਨਾਂ ਵਿੱਚ 70% ਜਿਹੜੇ ਮੁਸਲਮਾਨ ਉਹ ਸੁੰਨੀ ਹੈਗੇ ਆ ਔਰ 29.5% ਜਿਹੜੇ ਹੈਗੇ ਆ ਉਹ ਸ਼ੀਆ ਆ। ਬਾਕੀ ਕਮਿਊਨਿਟੀਜ਼ ਜਿਨ੍ਹਾਂ ਦੇ ਵਿੱਚ ਹਿੰਦੂ ਸਿੱਖ ਆ ਜਾਂਦੇ ਆ ਜਾਂ ਹੋਰ ਕਮਿਊਨਿਟੀਜ਼ ਆ, ਉਹ ਸਿਰਫ 0.5%, ਯਾਨੀ ਕਿ ਇਹਨਾਂ ਦੀ ਤਾਦਾਦ ਕਾਫੀ ਘੱਟ ਹੈ। ਹੁਣ ਇਹ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਇੱਕ ਏਸ਼ੀਆ, ਸੈਂਟਰਲ ਏਸ਼ੀਆ ਦਾ ਜਿਹੜਾ ਹਿੱਸਾ, ਇੰਪੋਰਟੈਂਟ ਹਿੱਸਾ ਹੈ। ਇੱਥੇ ਇੱਕ ਸ਼ੁਰੂਆਤ ਕਰਨ ਤੋਂ ਪਹਿਲਾਂ ਇਹਨੂੰ ਜੀਓ ਪੋਲਿਟਿਕਸ ਦੀ ਨਜ਼ਰ ਤੋਂ ਦੇਖਣਾ ਬੜਾ ਜ਼ਰੂਰੀ ਹੈ। ਇਹ ਜਿਹੜਾ ਰਸ਼ੀਆ ਦੇ ਨਾਲ ਲੱਗਦਾ ਏਰੀਆ ਵਾ, 1904 ਦੇ ਵਿੱਚ ਇੱਕ ਹੈਲਫਰਡ ਮੈਕਕਾਈਂਡਰ ਸੀਗੇ, ਪੋਲੀਟੀਕਲ ਜਿਓਗ੍ਰਾਫਰ ਸੀਗੇ। ਉਹਨਾਂ ਨੇ ਇੱਕ ਥਿਊਰੀ ਦਿੱਤੀ ਸੀ, ਹਾਰਟਲੈਂਡ ਥਿਊਰੀ, ਜਿਹਦੇ ਬਾਰੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਇਹਨੂੰ ਮੈਂ ਅੰਗਰੇਜ਼ੀ 'ਚ ਪੜ੍ਹੂੰਗਾ ਤੇ ਫਿਰ ਉਹਦਾ ਪੰਜਾਬੀ 'ਚ ਤਰਜਮਾ ਕਰੂੰਗਾ। ਠੀਕ ਹੈ ਜੀ। ਕਿ whoever control the heartland control the world island, whoever controls the world island will soon rule the world। ਮਤਲਬ ਇਹ ਹਾਰਟਲੈਂਡ, ਇਹ ਦਿਲ ਆ ਏਸ਼ੀਆ ਦਾ। ਜਿਹੜਾ ਵੀ ਬੰਦਾ ਇਸ ਖਿੱਤੇ ਦੇ ਉੱਪਰ ਰੂਲ ਕਰੇਗਾ, ਉਹ ਪੂਰੀ ਦੁਨੀਆ ਦੇ ਉੱਪਰ ਜਿਹੜਾ ਰੂਲ ਕਰੇਗਾ। ਇਹਦੇ ਨਾਲ ਹੀ ਇੱਕ ਹੋਰ ਥਿਊਰੀ ਜਿਹੜੀ ਰਿਮਲੈਂਡ ਥਿਊਰੀ ਆ, 1942 ਦੇ ਵਿੱਚ ਨਿਕੋਲਸ ਪਾਈਮਨ ਨੇ ਇਹ ਦਿੱਤੀ ਸੀਗੀ
ਇਹ ਕਹਿੰਦੇ ਸੀਗੇ ਕਿ ਜਿਹੜਾ ਵੀ ਯੂਰੇਸ਼ੀਆ ਦਾ ਜਿਹੜਾ ਇਹ ਰਿਮਲੈਂਡ ਦਾ ਹਿੱਸਾ ਆ, ਇਹ ਪੂਰੇ ਵਰਲਡ ਨੂੰ ਕੰਟਰੋਲ ਕਰੇਗਾ। ਮਤਲਬ ਕਹਿੰਦਾ ਕਿ ਅਮਰੀਕਾ ਰਸ਼ੀਆ ਦਾ ਇਸ ਖਿੱਤੇ ਦੇ ਉੱਪਰ ਸ਼ੁਰੂ ਤੋਂ ਨਿਗਾਹ ਰਹੀ ਆ। ਆਪਾਂ ਇਹਦੇ ਇਤਿਹਾਸ ਤੋਂ ਅਗਰ ਦੇਖੀਏ ਤੇ ਇਹ ਇੱਕ ਸਾਰਾ ਪਹਾੜੀ ਇਲਾਕਾ ਜਿਓਗ੍ਰਾਫਿਕਲੀ ਅਗਰ ਦੇਖੀਏ, ਹਿਲੀ ਏਰੀਆ, ਹਿੰਦੂ ਕੁਸ਼ ਮਾਊਂਟੇਨਸ ਆ ਸਾਰੀਆਂ, ਤੇ ਏਰਿਡ ਮਾਊਂਟੇਨਸ ਆ, ਬਾਰਿਸ਼ ਜ਼ਿਆਦਾ ਨਹੀਂ ਹੁੰਦੀ, ਸੋਕੇ ਵਰਗੇ ਹਾਲਾਤ ਜ਼ਿਆਦਾ ਰਹਿੰਦੇ ਆ। ਔਰ ਇੱਕ ਟ੍ਰੇਡ ਰੂਟ ਆ ਜਿਹੜਾ ਪੁਰਾਣਾ ਚੀਨ ਦਾ ਜਿਹੜਾ ਸਿਲਕ ਰੂਟ ਸੀਗਾ, ਇਹ ਉਹਦਾ ਪਾਰਟ ਹੈਗਾ ਆ। ਔਰ ਇਸ ਤੋਂ ਇਲਾਵਾ ਇਸਲਾਮ ਧਰਮ ਸ਼ੁਰੂ ਤੋਂ ਰਿਹਾ ਇੱਥੇ, ਜਿਹੜਾ ਡੋਮੀਨੈਂਟ ਰਿਹਾ। ਬਾਬਰ 1483 ਤੋਂ ਲੈ ਕੇ 1530 ਤੱਕ ਜਿਹੜਾ ਹੈ ਉਹ ਰਾਜਾ ਰਿਹਾ ਅਫਗਾਨਿਸਤਾਨ ਦਾ। ਆਪਾਂ ਨੂੰ ਸਾਰਿਆਂ ਨੂੰ ਪਤਾ, ਇਤਿਹਾਸ 'ਚ ਪੜ੍ਹਦੇ ਹਾਂ ਕਿ 1526 ਦੇ ਵਿੱਚ ਉਹਨੇ ਜਿਹੜਾ ਮੁਗਲ ਵੰਸ਼ ਦੀ ਸਥਾਪਨਾ ਕੀਤੀ ਸੀ ਭਾਰਤ ਦੇ ਵਿੱਚ। ਇਸ ਤੋਂ ਬਾਅਦ ਵਿੱਚ ਜਦੋਂ ਬ੍ਰਿਟਿਸ਼ ਅਫਗਾਨ ਵਾਰ ਜਿਹੜੀਆਂ ਹੋਈਆਂ, ਅੰਗਰੇਜ਼ ਜਦੋਂ ਆਏ, ਅੰਗਰੇਜ਼ਾਂ ਨੂੰ ਰੂਸ ਤੇ ਭਾਰਤ ਦੇ ਵਿੱਚ ਇੱਕ ਬਫਰ ਸਟੇਟ ਚਾਹੀਦੀ ਸੀ। ਉਹਨਾਂ ਦੇ ਦਿਮਾਗ 'ਚ ਇਹ ਸੀਗਾ ਕਿ ਰੂਸ ਕਿਤੇ ਸਾਡੇ ਵੱਲ ਆ ਕੇ ਹਮਲਾ ਨਾ ਕਰੇ, ਤੇ ਇਸ ਕਰਕੇ ਅਫਗਾਨਿਸਤਾਨ ਨੂੰ ਕੰਟੇਨ ਕੀਤਾ ਜਾਵੇ। ਔਰ ਅੰਗਰੇਜ਼ਾਂ ਤੋਂ ਵੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹਰੀ ਸਿੰਘ ਨਲੂਏ ਨੇ ਇੱਕ ਇਹੋ ਜਿਹਾ ਬਹਾਦਰ ਜਰਨੈਲ ਸੀਗਾ ਸਿੱਖ ਇਤਿਹਾਸ ਦੇ ਵਿੱਚ, ਇੱਕੋ ਇੱਕ ਜਰਨੈਲ ਹੋਇਆ ਜਿਹਨੇ ਅਫਗਾਨਾਂ ਨੂੰ, ਸ਼ਾਹ ਸ਼ੁਜਾ ਔਰ ਦੋਸਤ ਮੁਹੰਮਦ ਨੂੰ ਬੁਰੀ ਤਰ੍ਹਾਂ ਨਾਲ ਹਰਾਇਆ ਸੀਗਾ। ਔਰ ਉਸ ਜ਼ਮਾਨੇ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਸੀਗਾ ਕਿ ਜਿਹੜੀਆਂ ਔਰਤਾਂ ਹੁੰਦੀਆਂ ਸੀ ਅਫਗਾਨੀ, ਉਹ ਆਪਣੇ ਬੱਚਿਆਂ ਨੂੰ ਚੁੱਪ ਕਰਾਉਂਦੀਆਂ ਸੀ ਵੀ ਚੁੱਪ ਕਰ ਜਾਓ, ਨਹੀਂ ਤੇ ਹਰੀ ਸਿੰਘ ਨਲੂਆ ਆ ਜਾਏਗਾ। ਇੰਨੀ ਦਹਿਸ਼ਤ ਸੀ ਸਿੱਖਾਂ ਦੀ ਉਸ ਜ਼ਮਾਨੇ ਦੇ ਵਿੱਚ। ਸੋ ਅੰਗਰੇਜ਼ਾਂ ਨੇ ਜਿਹੜੀਆਂ ਵਾਰਸ ਹੋਈਆਂ 1838 ਤੋਂ 1842, ਔਰ ਦੂਸਰੀ ਜਿਹੜੀ ਅਫਗਾਨ ਐਂਗਲੋ ਵਾਰ ਹੋਈ ਉਹ ਸੀ 1878 ਤੋਂ 1880। ਸੋ ਇਹਨਾਂ ਦੋਵਾਂ ਲੜਾਈਆਂ ਦੇ ਵਿੱਚ ਅੰਗਰੇਜ਼ਾਂ ਦੀ ਤਾਕਤਵਰ ਫੌਜ ਨੂੰ, ਉਸ ਜ਼ਮਾਨੇ ਦੇ ਵਿੱਚ ਜਿਹੜੀ ਬ੍ਰਿਟਿਸ਼ ਫੌਜ ਸੀ, ਬੜੀ ਤਾਕਤਵਰ ਫੌਜ ਮੰਨੀ ਜਾਂਦੀ ਸੀ ਜੀ, ਔਰ ਬੜੀ ਬੁਰੀ ਤਰ੍ਹਾਂ ਨਾਲ ਅਫਗਾਨੀਆਂ ਨੇ ਬੜੇ ਆਮ ਜਿਹੇ ਹਥਿਆਰਾਂ ਨਾਲ ਇਹਨਾਂ ਨੂੰ ਹਰਾਇਆ ਸੀ। ਸੋ ਅੰਗਰੇਜ਼ਾਂ ਨੇ ਇਹ ਦੇਖ ਲਿਆ ਕਿ ਅਫਗਾਨਿਸਤਾਨ ਨੂੰ ਜਿਹੜਾ ਉੱਥੇ ਪਰਮਾਨੈਂਟ ਰੈਜ਼ੀਡੈਂਟ ਰੱਖਣਾ ਉਹ ਫਾਇਦਾ ਕੋਈ ਨਹੀਂ ਹੈ, ਇੱਥੇ ਇਹਨੂੰ ਆਪਣੇ ਹਾਲ ਤੇ ਛੱਡ ਦਿੱਤਾ ਜਾਵੇ। ਸੋ 1919 ਚੋਂ ਆਜ਼ਾਦ ਕਰ ਦਿੱਤਾ ਗਿਆ। 1919 ਤੋਂ ਲੈ ਕੇ 1973 ਵਾਲਾ ਜਿਹੜਾ ਵਕਫਾ ਸੀਗਾ, ਇੱਕ ਬੜਾ ਸ਼ਾਂਤੀ ਵਾਲਾ ਸਮਾਂ ਸੀ ਅਫਗਾਨਿਸਤਾਨ ਦੇ ਵਿੱਚ। ਇੱਥੇ ਕੋਈ ਅਸ਼ਾਂਤੀ ਨਹੀਂ ਸੀ, ਕੋਈ ਲੜਾਈ ਨਹੀਂ ਸੀਗੀ। ਇੱਥੇ ਜਿਹੜੇ ਮਤਲਬ ਸੀਗੇ ਵੀ ਜਿਹੜੇ ਰੂਰਲ ਸੀਗੇ, ਜਿਸ ਤਰ੍ਹਾਂ ਫੋਰ ਐਗਜ਼ਾਮਪਲ ਉੱਥੇ ਮੁਹੰਮਦ ਜ਼ਹੀਰ ਸ਼ਾਹ ਦਾ ਰੂਲ ਰਿਹਾ 1933 ਤੋਂ 1973 ਦੇ ਵਿੱਚ। ਫਿਰ ਦਾਊਦ ਖਾਨ ਉਹਦਾ ਕਜ਼ਨ ਸੀ, ਪ੍ਰਾਈਮ ਮਿਨਿਸਟਰ ਬਣਿਆ। ਸੋ ਉੱਥੇ ਔਰਤਾਂ ਨੂੰ ਪੂਰੀ ਆਜ਼ਾਦੀ ਸੀ, ਖੁੱਲ੍ਹ ਸੀ, ਸਿਨੇਮਾ ਦੇਖਣ ਦੀ ਇਜਾਜ਼ਤ ਸੀ, ਔਰ ਮਤਲਬ ਕਿ ਇਵਨ ਸ਼ਾਰਟਸ ਪਾ ਕੇ ਵੀ ਜਿਹੜੀਆਂ ਔਰਤਾਂ ਉੱਥੇ ਘੁੰਮਦੀਆਂ ਸੀ। ਪੜ੍ਹਨ ਲਿਖਣ ਦੇ ਉੱਤੇ ਕੋਈ ਪਾਬੰਦੀ ਨਹੀਂ ਸੀਗੀ, ਸੰਗੀਤ ਸੁਣਨ ਤੇ ਕੋਈ ਪਾਬੰਦੀ ਨਹੀਂ ਸੀ। ਬਟ ਜਿਹੜਾ ਲਿਓਨਾਰਡੋ ਬਰੁਜਨੇਵ ਸੀਗਾ ਰੂਸ ਦਾ, ਉਹਨੂੰ ਜਦੋਂ ਇਸ ਤਰ੍ਹਾਂ ਲੱਗਾ ਕਿ ਜਿਹੜਾ ਅਫਗਾਨਿਸਤਾਨ, ਉਹਦੇ ਵਿੱਚ ਜਿਹੜੀ ਖੱਬੇ ਪੱਖੀ ਵਿਚਾਰਧਾਰਾ ਵਾਲੇ ਜਿਹੜੇ ਸਰਕਾਰਾਂ ਆ, ਉਹਨਾਂ ਨੂੰ ਕੋਈ ਖਤਰਾ ਆ, ਤੇ 1979 ਦੇ ਵਿੱਚ ਰੂਸ ਨੇ ਅਫਗਾਨਿਸਤਾਨ ਤੇ ਜਿਹੜਾ ਉਹ ਹਮਲਾ ਕਰ ਦਿੱਤਾ। ਠੀਕ ਹੈ ਜੀ। ਇੱਕ ਬੜਾ ਟਰਨਿੰਗ ਪੁਆਇੰਟ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਇੱਕ ਹਾਰਟਲੈਂਡ ਹੈ, ਤੇ ਇਹਦੇ ਉੱਪਰ ਪੂਰੀ ਦੁਨੀਆ ਦੀ ਨਜ਼ਰ ਆਈ ਆ, ਅਮਰੀਕਾ ਦੀ ਔਰ ਰੂਸ ਦਾ, ਜਿਹੜਾ ਕਿਉਂਕਿ ਉਸ ਸਮੇਂ ਠੰਡੀ ਜੰਗ ਜਿਹੜੀ ਆ, ਸ਼ੀਤ ਯੁੱਧ ਜਿਹਨੂੰ ਆਪਾਂ ਕਹਿੰਦੇ ਆ ਹਿੰਦੀ ਵਿੱਚ ਜਾਂ ਅੰਗਰੇਜ਼ੀ 'ਚ ਕੋਲਡ ਵਾਰ ਕਹਿੰਦੇ ਆ, 1945 ਸੈਕੰਡ ਵਰਲਡ ਵਾਰ ਦੇ ਖਤਮ ਹੋਣ ਦੇ ਨਾਲ, ਔਰ 1991 ਤੱਕ ਜਦੋਂ ਰੋਨਾਲਡ ਰੀਗਨ ਅਮਰੀਕਨ ਪ੍ਰੈਜ਼ੀਡੈਂਟ ਔਰ ਜਿਹੜੇ ਰੂਸ ਦੇ ਸੀਗੇ ਮਿਖਾਇਲ ਗੋਰਬਾਚੋਵ, ਉਹਨਾਂ ਦੇ ਵਿੱਚ ਆਪਸ ਦੇ ਵਿੱਚ ਮੁਆਹਿਦਾ ਹੋਇਆ, ਸਮਝੌਤਾ ਹੋਇਆ, ਤੇ ਇਹ ਜਿਹੜੀ ਕੋਲਡ ਵਾਰ ਖਤਮ ਹੋਈ। ਹਾਲਾਂਕਿ ਆ ਜਿਹੜਾ ਮੌਜੂਦਾ ਦੌਰ ਹੈ, ਇਹਦੇ ਵਿੱਚ ਕੋਲਡ ਵਾਰ 2.0 ਚੱਲ ਰਹੀ ਹੈ। ਇਸ ਵਕਤ ਵੀ ਸ਼ੀਤ ਯੁੱਧ ਚੱਲ ਰਿਹਾ ਪਾਕਿਸਤਾਨ ਰੂਸ ਔਰ ਅਮਰੀਕਾ ਦੇ ਵਿੱਚ। ਇੱਕ ਸਾਈਡ ਤੇ ਰੂਸ ਔਰ ਚਾਈਨਾ ਹੋ ਗਏ, ਇਕੱਠੇ ਹੋ ਗਏ, ਔਰ ਦੂਸਰੇ ਪਾਸੇ US ਔਰ ਦੇ ਐਲੀਜ਼ ਹੋ ਗਏ ਜਾਂ ਨੈਟੋ ਕੰਟਰੀਜ਼ ਹੋ ਗਏ। ਸੋ ਆਪਸ 'ਚ ਅਜੇ ਵੀ ਇਹਨਾਂ ਦੀ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ ਪੂਰੀ ਤਰ੍ਹਾਂ ਨਾਲ ਸ਼ਾਂਤੀ ਵਾਲਾ ਕੋਈ ਮਾਹੌਲ ਹੈਗਾ। ਸੋ 79 ਦੇ ਵਿੱਚ ਜਦੋਂ ਰੂਸ ਨੇ ਹਮਲਾ ਕੀਤਾ, ਇਸ ਨੂੰ ਸਾਰੇ ਵਾਲੇ ਧਿਆਨ ਦੇਣ ਕਿ ਇੱਕ ਸੈਕਿੰਡ ਲੈਣਾ ਤੁਹਾਡਾ। ਤੁਸੀਂ ਜਿਹੜੀ 14 ਦਸੰਬਰ 1979 ਦੀ ਗੱਲ ਕਰਦੇ ਹੋ ਕਿ ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਦੇ ਉੱਪਰ ਹਮਲਾ ਕੀਤਾ, ਤੇ ਇਹ ਕਿਸ ਆੜ ਦੇ ਵਿੱਚ ਕੀਤਾ? ਵੀ 1978 ਦੀ ਇੱਕ ਸੋਵੀਅਤ ਅਫਗਾਨ ਮਿੱਤਰਤਾ ਸੰਧੀ ਸੀ, ਉਸ ਸੰਧੀ ਦੀ ਆੜ ਦੇ ਵਿੱਚ ਜਾ ਕੇ ਇਹ ਹਮਲਾ ਕੀਤਾ। ਮਿੱਤਰਤਾ ਵੀ ਰੱਖੀ ਤੇ ਨਾਲ ਹਮਲਾ ਵੀ ਕਰ ਦਿੱਤਾ। ਦੇਖੋ, ਉਹਦੇ ਵਿੱਚ ਆਪਾਂ ਨੂੰ ਜਿਹੜੀ ਇਰਾਨੀਅਨ ਰੈਵੋਲੂਸ਼ਨ ਆ ਨਾ, ਉਹਨੂੰ ਸਮਝਣਾ ਬੜਾ ਜ਼ਰੂਰੀ ਆ। 1978-79 ਦੇ ਵਿੱਚ ਇਰਾਨ ਦੇ ਵਿੱਚ ਆਇਤੁੱਲਾ ਅਲ ਖਮੈਨੀ ਜਿਹੜਾ ਸੀਗਾ, ਉਹ ਉਹਨਾਂ ਦਾ ਸੁਪਰੀਮ ਲੀਡਰ ਬਣ ਗਿਆ, ਔਰ ਉੱਥੇ ਇੱਕ ਇਸਲਾਮਿਕ ਸੱਤਾ ਆ ਗਈ ਸੀਗੀ।
ਜੀ ਰੂਸ ਨੂੰ ਇਹ ਡਰ ਸੀਗਾ ਕਿ ਕਿਤੇ ਸਾਊਦੀ ਅਰੇਬੀਆ, ਈਰਾਨ, ਪਾਕਿਸਤਾਨ ਇਹ ਮਿਲ ਕੇ ਜਿਹੜੇ ਆ ਉਹ ਮੈਨੂੰ ਜਿਹੜਾ ਆ ਉਹ ਜਿਹੜੀ ਲੈਫਟ ਪਾਰਟੀ ਸਪੋਰਟਡ ਸਰਕਾਰਾਂ ਆ ਉਹਨੂੰ ਇਹ ਖਤਮ ਕਰਨ ਦੀ ਕੋਸ਼ਿਸ਼ ਕਰਨੀ ਆ, ਕਿਉਂਕਿ ਸ਼ੀਤ ਯੁੱਧ ਵਿੱਚ ਅਮਰੀਕਾ ਦਾ ਪੂਰਾ ਜ਼ੋਰ ਇਸ ਗੱਲ ਤੇ ਸੀਗਾ ਕਿ ਜਿਹੜਾ ਸਟਾਲਿਨਿਜ਼ਮ ਹੈ 1952 ਤੋਂ ਬਾਅਦ ਜਿਹੜਾ ਸੋਸ਼ਲਿਸਟ ਆਈਡੀਓਲੋਜੀ ਆ ਉਹਨੂੰ ਕਿਸੇ ਤਰੀਕੇ ਨਾਲ ਖਤਮ ਕੀਤਾ ਜਾਵੇ, ਹਰਾਇਆ ਜਾਵੇ। ਸੋ ਉਹ ਆਪਣੀ ਲੈਫਟ ਪਾਰਟੀ ਦੀ ਸਰਕਾਰ ਨੂੰ ਬਚਾਉਣ ਦੇ ਲਈ ਹੀ ਰੂਸ ਨੇ ਜਿਹੜੇ ਆਪਣੇ ਸੈਨਿਕ ਉੱਥੇ ਭੇਜੇ ਸੀਗੇ, ਬਟ ਉਹ ਵਾਰ ਜਿਹੜੀ ਸੀਗੀ ਲੰਬੀ ਹੁੰਦੀ ਗਈ, ਕਾਫੀ ਖਰਚੀਲੀ ਸੀ, ਔਰ ਉਹਦੇ ਵਿੱਚ ਘੱਟੋ ਘੱਟ 15 ਲੱਖ ਲੋਕ ਜਿਹੜੇ ਮਾਰੇ ਗਏ, ਔਰ 50 ਲੱਖ ਦੇ ਕਰੀਬ ਲੋਕ ਜਿਹੜੇ ਸੀ ਉਹ ਸ਼ਰਨਾਰਥੀ ਬਣ ਗਏ, ਰੈਫਿਊਜੀ ਬਣ ਗਏ ਜੀ। ਔਰ ਅਮਰੀਕਾ ਨੇ, ਅਗਰ ਯਾਦ ਹੋਵੇ ਤੁਹਾਨੂੰ, ਤੇ ਅਮਰੀਕਾ ਨੇ ਸਟ੍ਰਿੰਗਰ ਮਿਜ਼ਾਈਲਸ ਔਰ ਪਾਕਿਸਤਾਨ ਵੱਲੋਂ ਵੀ ਪੂਰੀ ਜਿਹੜੀ ਸਪੋਰਟ ਹੈ ਉਹ ਮੁਜਾਹਿਦੀਨਾਂ ਨੂੰ ਕੀਤੀ ਗਈ। ਇਹ ਤਾਲਿਬਾਨ ਦਾ ਜਨਮ ਜਿਹੜਾ ਇਹ ਉਸੇ ਦੌਰ ਦੇ ਵਿੱਚ ਹੁੰਦਾ ਹੈ। ਅੱਛਾ ਜੀ, ਠੀਕ ਹੈ। ਹੁਣ ਮੇਰੇ ਪ੍ਰਸ਼ਨ ਦੇ ਬਿਲਕੁਲ ਨੇੜੇ ਆ ਗਏ ਤੁਸੀਂ। ਸੋ ਤਾਲਿਬਾਨ ਜਿਹੜੇ ਆ ਇਹ ਬੇਸਿਕਲੀ ਦਿਓਬੰਦ ਸਕੂਲ ਆਫ ਥਾਟ ਜਿਹੜਾ ਹੈ, ਦਿਓਬੰਦ ਭਾਰਤ ਦੇ ਵਿੱਚ ਜਿਹੜਾ ਸਹਾਰਨਪੁਰ ਹੈ, ਇੱਥੇ ਦਿਓਬੰਦ ਦੀ ਜਿਹੜੀ ਸਥਾਪਨਾ 1857 ਦਾ ਜਦੋਂ ਵਿਦਰੋਹ ਹੋਇਆ, ਇਹਦੀ ਹਿਸਟਰੀ 'ਚ ਜਾਣਾ ਪਏਗਾ। ਤਾਂ ਅੰਗਰੇਜ਼ਾਂ ਨੇ ਇਹ ਦੇਖ ਲਿਆ ਕਿ ਜਿਹੜੇ ਮੁਸਲਿਮ ਹੈ ਲੜਾਈ ਤੇ ਉਹਨਾਂ ਨੂੰ ਪਤਾ ਸੀ ਹਿੰਦੂਆਂ ਨੂੰ ਤੇ ਦਬਾਇਆ ਜਾ ਸਕਦਾ, ਤੇ ਮੁਸਲਮਾਨਾਂ ਨੇ ਉਹਦੇ ਵਿੱਚ ਬੜਾ ਵੱਡਾ ਰੋਲ ਅਦਾ ਕੀਤਾ ਸੀ। 1857 ਦਾ ਜਿਹੜਾ ਰਿਵੋਲਟ ਹੋਇਆ ਸੀਗਾ, ਗਦਰ ਹੋਇਆ ਸੀ, ਉਹਨੂੰ ਫਰਸਟ ਵਾਰ ਆਫ ਇੰਡੀਪੈਂਡੈਂਸ ਵੀ ਕਿਹਾ ਗਿਆ। ਸੋ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ ਕਿ 1858 ਦੇ ਵਿੱਚ ਦਿਓਬੰਦ ਸਕੂਲ ਦੀ ਸਥਾਪਨਾ ਕੀਤੀ, ਜਿੱਥੇ ਕਿ ਦਿਓਬੰਦ ਜਿਹੜੀ ਉਹਦੀ ਤਾਲੀਮ ਜਿਹੜੀ ਆ ਮੁਸਲਮਾਨਾਂ ਨੂੰ ਇਸਲਾਮਿਕ ਸਟੱਡੀ ਜਿਹੜੀ ਕੁਰਾਨ ਸ਼ਰੀਫ ਦੀ ਉਹ ਕਰਵਾਈ ਜਾ ਸਕੇ, ਔਰ ਉਹਦੇ ਧਾਰਮਿਕ ਸਿੱਖਿਆ ਜੀ ਧਾਰਮਿਕ ਸਿੱਖਿਆ ਦਿੱਤੀ ਜਾ ਸਕੇ, ਔਰ ਉਹਨਾਂ ਦਾ ਜਿਹੜਾ ਭਾਸ਼ਾ ਸੀ ਅਰਬੀ ਸੀ। 1942 ਦੇ ਵਿੱਚ ਲਾਹੌਰ ਦੇ ਵਿੱਚ ਇਹ ਖੁੱਲਿਆ। ਹੌਲੀ ਹੌਲੀ ਜਿਹੜੇ ਉਹ ਦਿਓਬੰਦ ਨੂੰ ਮੰਨਣ ਵਾਲਿਆਂ ਦਾ ਉਹਨਾਂ ਨੂੰ ਏਦਾਂ ਲੱਗਾ ਕਿ ਇਹਨੂੰ ਡੀਸੈਂਟਰਲਾਈਜ਼ ਕਰਨਾ ਚਾਹੀਦਾ, ਇਹਨਾਂ ਨੂੰ ਹੋਰ ਜ਼ਿਆਦਾ ਖੁੱਲਣਾ ਚਾਹੀਦਾ ਹੈ। ਸੋ ਇਹ ਜਿਹੜੇ ਦਿਓਬੰਦ ਸਕੂਲ ਸੀ ਉਹ ਪਾਕਿਸਤਾਨ, ਲਾਹੌਰ ਤੋਂ ਪੇਸ਼ਾਵਰ ਔਰ ਹਜ਼ਾਰਾਂ ਜਿਹੜੀਆਂ ਥਾਵਾਂ ਸੀ ਉਹਨਾਂ ਦੇ ਉੱਪਰ ਬਾਅਦ ਵਿੱਚ ਖੋਲੇ ਗਏ। ਇਹ ਜਿਹੜੇ ਤਾਲਿਬਾਨ ਹੈ ਇਹ ਦਿਓਬੰਦ ਸਕੂਲ ਦੇ ਪੜ੍ਹੇ ਹੋਏ, ਤਾਲਿਬ ਦਾ ਮਤਲਬ ਹੀ ਸਟੂਡੈਂਟ ਹੁੰਦਾ ਹੈ, ਉੱਥੋਂ ਦੇ ਪੜ੍ਹੇ ਹੋਏ ਸਟੂਡੈਂਟ ਹੈ। ਠੀਕ ਹੈ। ਔਰ ਪਾਕਿਸਤਾਨ ਦੀ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ ਬੈਕ ਹੈ, ਉਹਨਾਂ ਦੀ ਮਿਲਟਰੀ ਸਪੋਰਟ ਹੈ, ਉਹਨਾਂ ਨੂੰ ਹਥਿਆਰਾਂ ਨਾਲ ਸਪਲਾਈ ਹੈ, ਉਹਨਾਂ ਨੂੰ ਪੈਸੇ ਨਾਲ ਸਪਲਾਈ ਹੈ, ਔਰ ਉਹਦੇ ਪਿੱਛੇ ਸਾਊਦੀ ਅਰਬ ਜਿਹੜਾ ਉਹ ਵੀ ਜਿਹੜਾ ਉਹ ਮਦਦ ਕਰ ਰਿਹਾ, ਈਰਾਨ ਵੀ ਕਰ ਰਿਹਾ ਇਸ ਟਾਈਮ ਦੇ ਉੱਤੇ। ਸੋ ਉਸ ਤੋਂ ਬਾਅਦ 1988 ਦੇ ਵਿੱਚ 1988 ਦੇ ਵਿੱਚ ਜਿਹੜੀ ਰੂਸ ਦੀ ਸੈਨਾ ਇਹਨੂੰ ਬੜੀ ਬੁਰੀ ਤਰ੍ਹਾਂ ਨਾਲ ਹਾਰ ਕੇ ਵਾਪਸ ਜਾਣਾ ਪਿਆ। 92 ਦੇ ਵਿੱਚ ਕਮਿਊਨਿਸਟ ਗਵਰਨਮੈਂਟ ਜਿਹੜੀ ਆ ਉਹ ਟੋਪਲ ਕਰ ਦਿੱਤੀ ਗਈ, ਮਤਲਬ ਤਾਲਿਬਾਨ ਨੇ ਜਿਹੜਾ ਉਹਦੇ ਉੱਤੇ ਕਬਜ਼ਾ ਕਰ ਲਿਆ। ਉਸ ਟਾਈਮ ਦੇ ਉੱਪਰ ਅਹਿਮਦ ਸ਼ਾਹ ਮਸੂਦ ਜਿਹੜਾ ਨਾਰਦਰਨ ਅਲਾਇੰਸ ਸੀਗਾ ਉਹਦਾ ਜਿਹੜਾ ਨੁਮਾਇੰਦਾ ਸੀ, ਉਹਨੂੰ ਪੰਜਸ਼ੀਰ ਦਾ ਸ਼ੇਰ ਵੀ ਕਹਿੰਦੇ ਹੈਗੇ ਆ, ਔਰ ਅਬਦੁਲ ਰਸ਼ੀਦ ਦੋਸਤਮ, ਇਹ ਦੋ ਬੰਦੇ ਸੀਗੇ ਜਿਨ੍ਹਾਂ ਨੇ ਉਸ ਸਮੇਂ ਦੇ ਜਿਹੜਾ ਪ੍ਰੈਜ਼ੀਡੈਂਟ ਸੀ ਨਜੀਬੁੱਲਾ, ਮੁਹੰਮਦ ਨਜੀਬੁੱਲਾ, ਭਾਰਤ ਨਾਲ ਬੜੀ ਦੋਸਤੀ ਸੀ ਉਹਨਾਂ ਦੀ। ਉਹਨਾਂ ਨੂੰ ਇਹਨਾਂ ਨੇ ਮਤਲਬ ਉਹਦੇ ਪਿੱਛੇ ਪਏ ਹੋਏ ਸੀਗੇ ਕਿ ਉਹਨਾਂ ਦਾ ਟਾਰਗੇਟ ਸੀਗਾ ਕਿ ਕਿਸੇ ਤਰੀਕੇ ਨਜੀਬੁੱਲਾ ਨੂੰ ਮਾਰਨਾ। ਔਰ 1996 ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਕੰਪਾਊਂਡ ਦੇ ਵਿੱਚੋਂ ਉਹਨਾਂ ਦੇ ਕੌਂਸੂਲੇਟ ਦਫ਼ਤਰ ਦੇ ਵਿੱਚੋਂ ਨਜੀਬੁੱਲਾ ਨੂੰ ਬਾਹਰ ਕੱਢ ਕੇ ਉਹਦੇ ਸਿਰ ਦੇ ਵਿੱਚ ਗੋਲੀ ਮਾਰੀ ਗਈ। ਔਰ ਉਸ ਤੋਂ ਬਾਅਦ ਵਿੱਚ ਉਹਨੂੰ ਜਿਹੜਾ ਆ ਇੱਕ ਲੈਂਪ ਪੋਸਟ ਜਿਹੜਾ ਸੀਗਾ ਚੌਰਾਹੇ ਦੇ ਵਿੱਚ, ਜਿਹੜੀ ਅਫਗਾਨਿਸਤਾਨ ਦੀ ਪਾਰਲੀਮੈਂਟ ਉਹਨੂੰ ਅਰਗ ਕਹਿੰਦੇ ਆ, ARG, ਅਰਗ ਦੇ ਬਿਲਕੁਲ ਸਾਹਮਣੇ ਉਹਨੂੰ ਇੱਕ ਲੈਂਪ ਪੋਸਟ ਤੇ ਟੰਗਿਆ ਗਿਆ, ਉਹਨੂੰ ਤੇ ਉਹਦੇ ਬ੍ਰਦਰ ਨੂੰ, ਦੋਵਾਂ ਨੂੰ, ਭਰਾ ਨੂੰ। ਔਰ ਇਹ ਵਰਤਾਰਾ ਪੂਰੀ ਦੁਨੀਆ ਨੇ ਜਦੋਂ ਦੇਖਿਆ ਤੇ ਉਹ ਪੂਰੀ ਦੁਨੀਆ, ਜ਼ਾਹਿਰ ਜੀ ਗੱਲ ਹੈ ਕਿ ਬੜੀ ਮਤਲਬ ਦੁਖੀ ਹੋਈ ਔਰ ਗੁੱਸਾ ਵੀ ਆਇਆ। ਸੋ ਭਾਰਤ ਨੇ ਉਸ ਟਾਈਮ ਦੇ ਉੱਪਰ ਆਪਣਾ ਕੌਂਸੂਲੇਟ ਜਿਹੜਾ ਸੀ ਬੰਦ ਕਰ ਦਿੱਤਾ ਸੀ, ਆਪਣਾ ਜਿਹੜੀ ਐਮਬੈਸੀ ਬੰਦ ਕਰ ਦਿੱਤੀ ਸੀ। ਉਸ ਤੋਂ ਬਾਅਦ ਦੌਰ ਅਸੀਂ ਤਾਲਿਬਾਨ ਦਾ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਔਰਤਾਂ ਨੂੰ ਜਿਹੜਾ ਆ ਉੱਚੀ ਅੱਡੀ ਵਾਲੇ ਸੈਂਡਲ ਨਹੀਂ ਪਾ ਸਕਦੀਆਂ, ਸਿਨੇਮੇ ਨਹੀਂ ਜਾ ਸਕਦੀਆਂ, ਪੜ੍ਹ ਨਹੀਂ ਸਕਦੀਆਂ, ਅਗਰ ਬਾਹਰ ਜਾਣਾ ਤੇ ਆਪਣੇ ਕਿਸੇ ਭਰਾ ਜਾਂ ਪਤੀ ਜਾਂ ਪਿਤਾ ਨਾਲ ਜਾਓ, ਨਹੀਂ ਜਾ ਸਕਦੇ। ਸੋ ਦੌਰ ਆਪਾਂ ਸਾਰਿਆਂ ਨੇ ਦੇਖਿਆ। ਫਿਰ ਆ ਜਾਂਦਾ 2001 ਤੋਂ 21 ਵਾਲਾ, ਇਹ ਮੈਂ ਹੁਣ ਆਪਣਾ ਲਾਸਟ ਜਿਹੜਾ ਖਤਮ ਕਰਨ ਲੱਗਾ। ਸੋ 2001 ਦੇ ਵਿੱਚ ਜਦੋਂ 9/11 ਵਾਲਾ ਹਮਲਾ ਹੁੰਦਾ ਆ ਅਮਰੀਕਾ ਦੇ ਵਿੱਚ ਵਰਲਡ ਟ੍ਰੇਡ ਸੈਂਟਰ ਦੇ ਉੱਪਰ, ਉਸ ਟਾਈਮ ਦੇ ਉੱਪਰ ਜਾਰਜ W ਬੁਸ਼ ਜਿਹੜੇ ਸੀਗੇ ਉਹ ਪ੍ਰੈਜ਼ੀਡੈਂਟ ਸੀ, ਉਹਨਾਂ ਨੇ ਇਹ ਕਿਹਾ ਕਿ ਅਮਰੀਕਾ ਇਜ਼ ਔਨ ਦਾ ਵਾਰ, ਤੇ ਉਹਨਾਂ ਨੇ ਆਪਣੀਆਂ ਫੌਜਾਂ ਜਿਹੜੀਆਂ ਉਹ ਭੇਜੀਆਂ ਅਲ-ਕਾਇਦਾ ਔਰ ਉਸਾਮਾ ਬਿਨ ਲਾਦਨ ਨੂੰ ਖਤਮ ਕਰਨ ਵਾਸਤੇ। ਸੋ ਸੈਨਾਵਾਂ ਭੇਜੀਆਂ ਗਈਆਂ, ਔਰ 2011 5 ਮਈ ਵਾਲੇ ਦਿਨ ਐਬਟਾਬਾਦ ਜਿਹੜਾ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਦੀ ਮਿਲਟਰੀ ਅਕੈਡਮੀ ਦੇ ਬਿਲਕੁਲ ਨੇੜੇ ਕੰਪਾਊਂਡ ਸੀਗਾ, ਉੱਥੋਂ ਉਸਾਮਾ ਬਿਨ ਲਾਦਨ ਨੂੰ ਲੱਭ ਕੇ ਮਾਰਿਆ ਗਿਆ, ਔਰ ਉਹਦੀ ਲਾਸ਼ ਸਮੁੰਦਰ ਦੇ ਵਿੱਚ ਕਿੱਥੇ ਸੁੱਟੀ ਹੈ ਕਿਸੇ ਨੂੰ ਵੀ ਨਹੀਂ ਪਤਾ ਹੈਗਾ। ਤੇ
ਉਸ ਸਮੇਂ ਦੇ ਉੱਪਰ ਪਾਕਿਸਤਾਨ ਜਿਹੜਾ ਅਮਰੀਕਾ ਦਾ ਮਕਸਦ ਸੀ ਅਫਗਾਨਿਸਤਾਨ ਤੇ ਅਟੈਕ ਹੋਣ ਦਾ ਆਲਮੋਸਟ ਖਤਮ ਹੋ ਚੁੱਕਾ ਸੀ। ਸੋ ਇਸ ਠੀਕ ਹੈ। ਕਰਕੇ 2021 ਦੇ ਵਿੱਚ ਉਹ ਜਿਹੜੇ ਵਾਪਸ ਗਏ ਆ। ਸੋ ਇਹ ਕੁੱਲ ਇਹ ਸਾਰਾ ਕੁਝ ਜਿਹੜੇ ਸੁਣਨ ਵਾਲਿਆਂ ਨੂੰ ਦੱਸਣ ਦਾ ਮਕਸਦ ਇਹ ਸੀ ਕਿ ਅਫਗਾਨਿਸਤਾਨ ਦੀ ਜਿਹੜੀ ਹਿਸਟਰੀ ਆ ਉਹ ਵਾਰਸ ਦੇ ਨਾਲ ਭਰੀ ਹੋਈ, ਲੜਾਈਆਂ ਨਾਲ ਭਰੀ ਹੋਈ, ਜੰਗਾਂ ਨਾਲ ਭਰੀ ਹੋਈ, ਜੀਓਗ੍ਰਾਫਿਕਲੀ ਬੜੇ ਮਤਲਬ ਉਹ ਜਿਹੜੇ ਆ ਉਹ ਟਫ ਏਰੀਆ ਦੇ ਰਹਿਣ ਵਾਲੇ ਆ। ਔਰ ਤੁਸੀਂ ਸਹੀ ਕਿਹਾ ਕਿ ਉੱਥੇ ਲੀਥੀਅਮ ਵਰਗੇ ਜਿਹੜੇ ਖਣਿਜ ਹੈ, ਸੋਨਾ ਹੈ, ਉੱਥੇ ਅਫੀਮ ਦੀ ਖੇਤੀ ਜਿਹੜੀ ਆ ਬਹੁਤ ਜ਼ਿਆਦਾ ਹੁੰਦੀ, ਜਿੱਥੋਂ ਜਿਹੜਾ ਗੋਲਡਨ ਕ੍ਰੀਜ਼ੈਂਟ ਬਣਦੀ ਆ ਉੱਥੇ, ਜਿੱਥੋਂ ਡਰੱਗਸ ਦੀ ਸਪਲਾਈ ਜਿਹੜੀ ਆ ਉਹ ਯੂਰਪ, ਅਮਰੀਕਾ ਔਰ ਏਸ਼ੀਆ ਇਨਕਲੂਡਿੰਗ ਇੰਡੀਆ ਦੇ ਵਿੱਚ ਜਿਹੜੀ ਉਹ ਕੀਤੀ ਜਾਂਦੀ ਆ। ਸੋ ਉਹਨਾਂ ਕੋਲ ਪੈਸੇ ਦੀ ਕਮੀ ਤੇ ਨਹੀਂ ਆ, ਬਟ ਜ਼ਾਹਿਰ ਜੀ ਗੱਲ ਹੈ ਕਿ ਬੇਸਿਕ ਇਨਫਰਾਸਟ੍ਰਕਚਰ ਜਿਹੜਾ ਆ ਉੱਥੇ ਡਿਵੈਲਪ ਨਹੀਂ ਹੋ ਸਕਿਆ। ਜੀ ਸਰ ਜੀ। ਇੱਕ ਤੇ ਮੈਨੂੰ ਪ੍ਰਸ਼ਨ ਦਾ ਉੱਤਰ ਇਹ ਮਿਲਦਾ ਪਿਆ ਕਿ ਇਹ ਜਿਹੜੇ ਅਫਗਾਨ ਦੇ ਕਬੀਲੇ ਆ ਸਾਰੇ, ਇਹ ਪਸ਼ਤੂਨਾ ਦੇ ਜਿਹੜੇ ਪੂਰਵਜ ਹੈ ਉਹਨਾਂ ਦਾ ਵਸਾਇਆ ਹੋਇਆ ਅਫਗਾਨਿਸਤਾਨ ਹੈ, ਤੇ ਉਹਦੇ ਵਿੱਚ ਹੀ ਇਹਨਾਂ ਦੀ ਆਪਣੀ ਘਰੇਲੂ ਜੰਗ ਚੱਲ ਰਹੀ ਲੱਗਦੀ ਹੈ। ਘਰੇਲੂ ਇਹਨਾਂ ਦਾ ਆਪਸ ਵਿੱਚ ਜਿਹੜਾ ਕਲੇਸ਼ ਹੈਗਾ, ਤੇ ਜਿਹੜਾ ਪੂਰੇ ਵਰਲਡ ਨੂੰ ਪ੍ਰਭਾਵਿਤ ਕਰਦਾ ਹੈਗਾ। ਤੇ ਕਿਉਂਕਿ ਬੱਚੇ ਜੇ ਜਾਂ ਵਿਦਿਆਰਥੀ ਇਹ ਪੁੱਛ ਰਹੇ ਆ ਵੀ ਇਹ ਆਪਸ ਵਿੱਚ ਇੱਕੋ ਧਰਤੀ ਦੇ ਜੰਪਲ ਲੜਦੇ ਕਿਉਂ ਆ, ਇੱਕੋ ਧਰਤੀ ਦੇ ਜੰਮੇ ਪਲੇ, ਤੇ ਧਰਮ ਵੀ ਲਗਭਗ ਇਹਨਾਂ ਦਾ ਸਾਰਿਆਂ ਦਾ ਜਿਹੜਾ ਹੈਗਾ ਆਪਸੀ ਸਹਿਚਾਰ ਹੈ, ਤੇ ਫਿਰ ਵੀ ਇਹਨਾਂ ਦੀ ਲੜਾਈ ਹੈ। ਤੇ ਮੈਨੂੰ ਲੱਗਦਾ ਤੁਹਾਡੇ ਇਸ ਸ਼ਬਦ ਵਿਚਾਰ ਚੋਂ ਕੁਝ ਨਾ ਕੁਝ ਗੱਲ ਸਾਨੂੰ ਮਿਲ ਗਈ ਹੈਗੀ ਆ। ਤੇ ਜਿਹੜੀ ਗੱਲ ਹੁਣ ਆਪਾਂ ਮੌਜੂਦਾ ਦੌਰ ਦੀ ਕਰ ਰਹੇ ਜੀ, ਤੇ ਅੱਜ ਦਾ ਜਿਹੜਾ ਤਾਲਿਬਾਨ ਹੈ, ਭਾਵੇਂ ਉਹਦੇ ਸੰਬੰਧੀ ਵੱਖ-ਵੱਖ ਵਿਚਾਰਧਾਰਾਵਾਂ ਨੇ, ਪਰ ਉਹ ਵੰਨ ਸਵੰਨੇ ਰਿਸ਼ਤੇ ਬਣਾ ਰਿਹਾ। ਮਾਸਕੋ ਵਿੱਚ, ਪੇਈਚਿੰਗ 'ਚ, ਤਹਿਰਾਨ 'ਚ, ਜਕਾਰਤਾ ਵਿੱਚ, ਦੋਹਾ 'ਚ, ਇਸਤਾਂਬੁਲ 'ਚ, ਸਾਰੇ ਪਾਸੇ ਉਹ ਆਪਣਾ ਦਰਸ਼ਨ ਦਿਦਾਰੇ ਕਰਕੇ ਆਇਆ ਵਾਪਸ। ਤੇ ਇਹ ਕਿਤੇ ਨਾ ਕਿਤੇ ਆਪਣਾ ਚਿਹਰਾ ਦਿਖਾ ਰਿਹਾ ਵੀ ਮੈਂ ਵੰਨ ਸਵੰਨੇ ਰਿਸ਼ਤੇ ਨਿਭਾਉਣ ਲਈ ਯੋਗ ਆ। ਤੁਹਾਡੀ ਗੱਲ ਦਰੁਸਤ ਹੈ। ਜਿਹੜੇ ਕੰਟਰੀਜ਼ ਦਾ ਤੁਸੀਂ ਨਾਮ ਲਏ ਆ, ਇਹਦੇ ਵਿੱਚ ਸਾਰੇ ਜਿਹੜੇ ਇਸਲਾਮਿਕ ਕੰਟਰੀਜ਼ ਵੀ ਹੈਗੇ, ਔਰ ਜਿਹੜੇ ਆਰਗੇਨਾਈਜੇਸ਼ਨ ਆਫ ਆਇਲ ਐਕਸਪੋਰਟਿੰਗ ਕੰਟਰੀਜ਼ ਹੈ, OIC, ਆਇਲ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੰਟਰੀਜ਼, ਜਿਹੜੇ ਤੇਲ ਸਪਲਾਈ ਕਰਦੇ, ਉਹਨਾਂ ਦਾ ਇੱਕ ਗਰੁੱਪ ਹੈ। ਇਹਦੇ ਬਾਰੇ ਸਾਨੂੰ ਇਹ ਦੇਖਣਾ ਪਏਗਾ ਕਿ ਜਦੋਂ 2014 ਦੇ ਵਿੱਚ ਇਸਤਾਂਬੁਲ ਪ੍ਰੋਸੈਸ ਸ਼ੁਰੂ ਹੋਈ ਸੀ, ਇਸਤਾਂਬੁਲ ਜਿਹੜਾ ਉਹ ਤੁਰਕੀ ਦੇ ਵਿੱਚ ਹੈ, ਜਿੱਥੇ ਅਰਦੋਗਨ ਦਾ ਸ਼ਾਸਨ ਹੈ। ਹਾਲਾਂਕਿ ਤੁਰਕੀ ਦੀ ਜਿਹੜੀ ਰਾਜਧਾਨੀ ਅੰਕਾਰਾ ਹੈਗੀ, ਬਟ ਉਹ ਇਸਤਾਂਬੁਲ ਦੇ ਪ੍ਰੋਸੈਸ ਜਿਹੜੀ ਰਸ਼ੀਆ ਨੇ ਸ਼ੁਰੂ ਕਰਵਾਈ ਸੀਗੀ, ਇਹ ਹਾਰਟ ਆਫ ਏਸ਼ੀਆ ਦੇ ਵਿੱਚ ਸੀਗੀ। ਇਹਦੇ 'ਚ 14 ਮੁਲਕ ਸੀਗੇ, ਔਰ ਤਾਲਿਬਾਨ ਦਾ ਇਹਨਾਂ ਸਾਰਿਆਂ ਨਾਲ ਜਿਹੜਾ ਰਾਬਤਾ ਹੈ ਇਹ 2001 ਤੋਂ ਬਾਅਦ ਵਿੱਚ ਹੀ ਬਣਿਆ ਰਿਹਾ। ਪਾਕਿਸਤਾਨ ਨੇ ਜਦੋਂ 2001 ਦੇ ਵਿੱਚ ਅਮਰੀਕਾ ਨੇ ਅਟੈਕ ਕੀਤਾ, ਤਾਂ ਜਿੰਨੇ ਵੀ ਤਾਲਿਬਾਨੀ ਸੀਗੇ ਪਾਕਿਸਤਾਨ ਦੇ ਮਦਰਸਿਆਂ ਤੇ ਜਿਹੜੇ ਦਾਰੁਲ ਉਲੂਮ ਹੈ ਉੱਥੇ ਜਿਹੜੇ ਉਹਨਾਂ ਵਿੱਚ ਜਾ ਕੇ ਛੁਪ ਗਏ ਸੀ, ਲੋਕ ਗਏ ਸੀਗੇ। ਔਰ ਇਹ ਵੀ ਹਕੀਕਤ ਹੈ ਕਿ ਸਾਊਦੀ ਅਰਬ ਔਰ ਕਤਰ ਦੀਆਂ ਕੋਸ਼ਿਸ਼ਾਂ ਦੇ ਨਾਲ ਇਹ ਜਿਹੜਾ ਮੁੱਲਾ ਬਰਾਦਰ ਹੈ, ਬਾਕੀ ਜਿੰਨੇ ਵੀ ਇਹ ਸਾਰੇ ਤਾਲਿਬਾਨ ਦੇ ਲੜਾਕੇ, ਇਹਨਾਂ ਨੂੰ ਜੇਲ੍ਹਾਂ ਚੋਂ ਬਾਹਰ ਕੱਢਿਆ ਗਿਆ ਔਰ ਗੱਲਬਾਤ ਦੇ ਟੇਬਲ ਤੇ ਬਿਠਾਇਆ ਗਿਆ। ਇਹਨਾਂ ਦੇ ਜਿਹੜੇ ਮੈਂਬਰ ਨੇਸ਼ਨ ਹੈ, ਮੈਂ ਇੱਕ ਕਰਕੇ ਉਹਨਾਂ ਦਾ ਨਾਮ ਬੋਲਦਾ। ਸਭ ਤੋਂ ਪਹਿਲਾਂ ਤਾਂ ਅਫਗਾਨਿਸਤਾਨ ਹੈ, ਜਿਹੜਾ ਕਿ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਜਿਹੜੀ SCO ਹੈ ਉਹਦਾ ਮੈਂਬਰ ਵੀ ਹੈ, ਮਤਲਬ ਆਬਜ਼ਰਵਰ ਮੈਂਬਰ ਹੈ, ਉਹਦਾ ਆਬਜ਼ਰਵ ਕਰਦਾ ਹੈ। ਇਸ ਤੋਂ ਬਾਅਦ ਅਜ਼ਰਬਾਈਜਾਨ ਹੈ, ਚਾਈਨਾ ਹੈ ਉਹਦੇ ਵਿੱਚ, ਭਾਰਤ ਵੀ ਉਹਦਾ ਹਿੱਸਾ ਰਿਹਾ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਪਾਕਿਸਤਾਨ, ਰਸ਼ੀਆ, ਸਾਊਦੀ ਅਰੇਬੀਆ, ਤਜ਼ਾਕਿਸਤਾਨ, ਤੁਰਕੀ, ਤੁਰਕਮੇਨਿਸਤਾਨ ਔਰ UAE ਜਾਂ ਯੂਨਾਈਟਿਡ ਅਰਬ ਐਮੀਰੇਟ। ਸੋ ਇਹ ਸਾਰੇ ਮੁਲਕਾਂ ਦੇ ਨਾਲ ਇਹਦੇ ਰਿਸ਼ਤੇ ਜਿਹੜੇ ਆ ਉਹ ਸ਼ੁਰੂ ਤੋਂ ਜਿਹੜੇ ਉਹ ਚੱਲਦੇ ਆ ਰਹੇ ਆ। ਅਗਰ ਤੁਹਾਨੂੰ ਯਾਦ ਹੋਵੇ ਤਾਂ ਸਾਊਦੀ ਅਰਬ ਨੇ ਪੂਰੀ ਬੈਕ ਜਿਹੜੀ ਹੈ ਇਹ 2001 ਤੋਂ ਬਾਅਦ ਵਿੱਚ ਇਹਨਾਂ ਲੜਾਕਿਆਂ ਨੂੰ ਜਿਹੜੀ ਉਹ ਦਿੱਤੀ। ਸੋ ਇਹ 14 ਦੇਸ਼ ਜਿਹੜੇ ਇਕੱਠੇ ਹੋ ਕੇ ਇੱਕ ਹਾਰਟ ਆਫ ਏਸ਼ੀਆ ਬਣਾਉਂਦੇ ਆ ਔਰ ਤਾਲਿਬਾਨ ਨੂੰ ਮਦਦ ਕਰ ਰਹੇ ਆ। ਭਾਰਤ ਉਹਨਾਂ ਦੇ ਵਿੱਚੋਂ ਇੱਕ ਹੈ। ਜਿਹੜਾ ਕਤਰ ਹੈ, ਇਹ ਇਸਲਾਮਿਕ ਬ੍ਰਦਰਹੁੱਡ ਦੀ ਸੀਟ ਹੈ, ਮਤਲਬ ਇੱਕ ਸੈਂਟਰਲ ਪੁਆਇੰਟ ਹੈ। ਹੁਣ ਕਤਰ ਇੰਪੋਰਟੈਂਟ ਕਿਉਂ ਹੋਇਆ, ਦੋਹਾ ਦੇ ਵਿੱਚ ਇਹ ਸਾਰੀ ਗੱਲਬਾਤ ਕਿਉਂ ਚੱਲੀ, ਉਹਦੀ ਕਾਰਨ ਇਹ ਹੈ ਕਿ ਕਤਰ ਇਸ ਵਕਤ ਕਾਫੀ ਜ਼ਿਆਦਾ ਜਿਹੜਾ ਇੱਕ ਐਸਟੈਬਲਿਸ਼ ਜਾਂ ਅਮੀਰ ਮੁਲਕ ਆਪਾਂ ਕਹਿ ਸਕਦੇ ਹਾਂ। ਉਹਦਾ ਕਾਰਨ ਇਹ ਹੈ ਕਿ ਕਤਰ ਦੇ ਆਸ-ਪਾਸ ਜਿਹੜੀ ਹੈ ਕੁਦਰਤੀ ਗੈਸ ਦੇ ਭੰਡਾਰ ਬੜੀ ਵੱਡੀ ਮਾਤਰਾ ਦੇ ਵਿੱਚ ਲੱਭੇ ਹੈਗੇ ਜੀ। ਔਰ ਇਹ ਪੂਰੀ ਦੁਨੀਆ ਨੂੰ ਪਤਾ ਹੈ ਕਿ ਪੂਰੀ ਦੁਨੀਆ ਦੇ ਵਿੱਚ ਜਿਹੜੀ ਗਲੋਬਲ ਵਾਰਮਿੰਗ ਹੈ ਜਾਂ ਟੈਂਪਰੇਚਰ ਸਾਡਾ ਇਨਕਰੀਜ਼ ਹੋ ਰਿਹਾ ਧਰਤੀ ਦਾ, ਜਿਹਦਾ ਅਸਰ ਜਿਹੜਾ ਆ ਉਹ ਭਾਰਤ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ। ਉਹ ਕਲਾਈਮੇਟ ਚੇਂਜ ਨੂੰ ਕੰਟੇਨ ਕਰਨ ਲਈ ਆਇਲ ਦੇ ਉੱਪਰ, ਪੈਟਰੋਲ ਔਰ ਡੀਜ਼ਲ ਦੇ ਉੱਪਰ ਡਿਪੈਂਡੈਂਸ ਜਿਹੜੀ ਉਹ ਘਟਾਉਣ ਦੀ ਕੋਸ਼ਿਸ਼ਾਂ ਚੱਲ ਰਹੀਆਂ। ਭਾਰਤ ਸਰਕਾਰ ਵੀ ਇਹ ਕਹਿ ਰਹੀ ਕਿ ਅਸੀਂ
2030 ਤੱਕ ਜਿਹੜੀਆਂ ਉਹ ਪੈਟਰੋਲ ਔਰ ਡੀਜ਼ਲ ਗੱਡੀਆਂ ਨੂੰ ਬਹੁਤ ਘੱਟ ਕਰ ਦੇਣਾ ਔਰ ਇਲੈਕਟ੍ਰੋਨਿਕ ਗੱਡੀਆਂ ਚਲਾਵਾਂਗੇ। ਸੋ ਜੀ ਉਹ ਨੈਚੁਰਲ ਗੈਸ ਦੀ ਵਜ੍ਹਾ ਦੇ ਨਾਲ ਇਹ ਜਿਹੜਾ ਕਤਰ ਹੈ ਉਹ ਵੈਨੇਜ਼ੁਏਲਾ ਈਰਾਨ ਨਾਲ ਮਿਲ ਕੇ ਇੱਕ ਗੈਸ ਐਕਸਪੋਰਟਿੰਗ ਫੋਰਮ ਬਣਾਉਂਦੇ ਆ। ਹੂੰ ਸੋ ਉਸ ਵਜ੍ਹਾ ਦੇ ਨਾਲ ਇਸ ਵਕਤ ਕਤਰ ਦੀ ਇੰਪੋਰਟੈਂਸ ਜਿਹੜੀ ਬਹੁਤ ਜ਼ਿਆਦਾ ਆ। ਸੋ ਜਿਹੜਾ ਤੁਰਕੀ ਹੈ ਉਹ ਵੀ ਨਾਟੋ ਦਾ ਦੇਸ਼ ਹੈ। ਹਾਲਾਂਕਿ ਅਗਰ ਤੁਹਾਨੂੰ ਯਾਦ ਹੋਵੇ ਤੇ 2014 ਦੇ ਵਿੱਚ ਜਦੋਂ ਮਿਲਟਰੀ ਕੂ ਹੋਈ ਸੀਗੀ, ਤਖਤਾ ਪਲਟ ਦੀ ਕੋਸ਼ਿਸ਼ ਹੋਈ ਸੀਗੀ ਜੀ ਜੀ ਇਹਦੇ ਵਿੱਚ ਤੁਰਕੀ ਦੇ ਵਿੱਚ, ਤੁਰਕੀ ਚ ਤੇ ਉਹ ਕੋਸ਼ਿਸ਼ ਜਿਹੜੀ ਆ ਉਹ ਅਰਦੋਆਨ ਨੇ ਨਾਕਾਮ ਕਰ ਦਿੱਤੀ ਸੀ। ਇਸ ਟਾਈਮ ਤੇ ਜਿਹੜਾ ਅਰਦੋਆਨ ਆ ਉਹ ਬੜਾ ਖਾਰ ਖਾਦਾ ਬੈਠਾ ਹੋਇਆ ਵਾ, ਬੜਾ ਗੁੱਸੇ 'ਚ ਹੈ ਔਰ ਉਹਨੇ ਰੂਸ ਤੋਂ S-400 ਮਿਜ਼ਾਈਲਾਂ ਵੀ ਜਿਹੜੀਆਂ ਖਰੀਦੀਆਂ, ਜੀ ਜਿਹੜੀ ਕਿ ਨਾਟੋ ਦੀ ਜਿਹੜੀ ਬੇਸਿਕ ਪ੍ਰਿੰਸੀਪਲ ਆ ਉਹ ਉਹਦੇ ਅਗੇਂਸਟ ਹੈ। ਸੋ ਆਪਾਂ ਇਹ ਨਹੀਂ ਕਹਿ ਸਕਦੇ ਕਿ ਤਾਲਿਬਾਨ ਦੇ ਜਿਹੜੇ ਰਿਸ਼ਤੇ ਉਹ ਸਿਰਫ ਪਾਕਿਸਤਾਨ ਜਾਂ ਈਰਾਨ ਜਾਂ ਸਾਊਦੀ ਅਰਬ ਨਾਲ ਹੈ। ਉਹਦੇ ਰਿਸ਼ਤੇ ਬਹੁਤ ਸਾਰੇ ਮੁਲਕਾਂ ਨਾਲ ਜਿਹੜੇ ਉਹ ਇਸ ਵਕਤ ਐਸਟੈਬਲਿਸ਼ ਹੈਗੇ ਆ। ਤੁਸੀਂ ਦੇਖੋ ਭਾਰਤ ਨੇ ਬੜੀ ਕਾਹਲੀ ਦਿਖਾਈ ਆਪਣੀ ਅੰਬੈਸੀ ਬੰਦ ਕਰਨ ਦੇ ਵਿੱਚ। ਉੱਥੇ ਚਾਈਨਾ ਰੂਸ ਦੀ ਅੰਬੈਸੀ ਚੱਲ ਰਹੀ ਹੈ, ਅਜੇ ਵੀ ਬੰਦ ਨਹੀਂ ਹੋਈਆਂ, ਦੂਤਾਵਾਸ ਬੰਦ ਨਹੀਂ ਹੋਏ ਉੱਥੇ। ਸੋ ਇਹ ਚਾਈਨਾ, ਪਾਕਿਸਤਾਨ, ਆ ਜਿਹੜੇ 14 ਦੇਸ਼ ਆ ਜਿਨ੍ਹਾਂ ਦੇ ਮੈਂ ਨਾਮ ਲਏ ਆ, ਇਹਨਾਂ ਸਾਰਿਆਂ ਨਾਲ ਉਹਨਾਂ ਦੇ ਰਿਸ਼ਤੇ ਜਿਹੜੇ ਉਹ ਅਜੇ ਵੀ ਕਾਇਮ ਹੈ ਔਰ ਉਹ ਸਾਰੇ ਤਾਲਿਬਾਨ ਦੀ ਪੂਰੀ ਤਰ੍ਹਾਂ ਨਾਲ ਜਿਹੜੀ ਉਹ ਮਦਦ ਕਰ ਰਿਹਾ ਸਰਕਾਰ ਬਣਾਉਣ ਦੇ ਵਿੱਚ। ਜੀ ਇਸੇ ਕਰਕੇ ਹੀ ਜੇ ਰਿਸ਼ਤੇ ਕਾਇਮ ਨੇ, ਰਿਸ਼ਤਿਆਂ ਦੀ ਮਜ਼ਬੂਤੀ ਹੈ, ਤੇ ਇੰਜ ਵੀ ਲੱਗਦਾ ਕਿ ਅੱਜ ਪੱਛਮੀ ਮੀਡੀਆ ਜਿਹੜਾ ਜਾਂ ਖੁਫੀਆ ਤੰਤਰ ਹੈ ਉਹ ਵੀ ਅੱਜ ਉਹਨਾਂ ਨੂੰ ਸਲਾਮਾ ਕਰ ਰਹੇ ਆ। ਇਹਦੇ ਤੋਂ ਪਤਾ ਲੱਗਦਾ ਕਿ ਰਿਸ਼ਤੇ ਮਜ਼ਬੂਤ ਨੇ। ਬਿਲਕੁਲ ਠੀਕ ਕਹਿ ਰਹੇ ਹੋ। ਜਿੱਥੇ ਤੱਕ ਪੱਛਮੀ ਮੀਡੀਆ ਦਾ ਸਵਾਲ ਹੈ, ਇਸ ਵਕਤ ਉੱਥੇ ਮੀਡੀਆ ਦੀ ਅਫਗਾਨਿਸਤਾਨ ਤੋਂ ਜਿਹੜੀਆਂ ਰਿਪੋਰਟਾਂ ਆ ਰਹੀਆਂ ਨਾ, ਉਹ ਬੜੀਆਂ ਮਤਲਬ ਜਿਹੜੇ ਕਰੂਡ ਜਰਨਲਿਜ਼ਮ ਹੋ ਰਿਹਾ ਹੈ ਕਿ ਉੱਥੇ ਜਿਹੜੇ ਜਰਨਲਿਸਟ ਆ ਨਾਰਮਲੀ BBC ਜਾਂ ਜਿਹੜੀਆਂ ਰਾਈਟਰਸ ਹੈ ਜਾਂ ਅਲ ਜਜ਼ੀਰਾ ਤੋਂ ਸਾਡੇ ਕੋਲ ਜਿਹੜੀਆਂ ਰਿਪੋਰਟਸ ਆ ਰਹੀਆਂ ਵਾ, ਜਾਂ ਲੋਕਲ ਜਿਹੜੇ ਲੋਕ ਆ ਉਹ ਥੋੜੀ ਬਹੁਤੀ ਫਿਲਮਿੰਗ ਕਰਕੇ ਜਾਂ ਖਬਰਾਂ ਸਾਡੇ ਕੋਲ ਭੇਜ ਰਹੇ ਆ ਜਿਹੜੀਆਂ ਕਿ ਕਈ ਵਾਰੀ ਪੁਖਤਾ ਨਹੀਂ ਵੀ ਹੁੰਦੀਆਂ। ਸੋ ਜਾਂ ਫਿਰ ਇੱਕ ਤੁਰਕੀ ਟੈਲੀਵਿਜ਼ਨ ਨੈਟਵਰਕ ਵੀ ਹੈ TTN, ਉੱਤੋਂ ਵੀ ਸਾਡੇ ਕੋਲ ਖਬਰਾਂ ਆ ਰਹੀਆਂ। ਔਰ ਤੁਹਾਨੂੰ ਅਗਰ ਯਾਦ ਹੋਵੇ ਤੇ ਥੋੜੀ ਮਹੀਨੇ ਪਹਿਲਾਂ ਹੀ ਸਾਡੇ ਇੱਕ ਭਾਰਤ ਦੇ ਜਿਹੜੇ ਪੱਤਰਕਾਰ ਸੀਗੇ, ਰਾਈਟਰਸ ਦੇ ਨਾਲ ਕੰਮ ਕਰਦੇ ਸੀਗੇ, ਦਾਨਿਸ਼ ਸਦੀਕੀ, ਉਹ ਵੀ ਅਫਗਾਨਿਸਤਾਨ ਦੇ ਵਿੱਚ ਸ਼ਹੀਦ ਹੋ ਗਏ ਸੀਗੇ ਰਿਪੋਰਟਿੰਗ ਕਰਦੇ ਹੋਏ। ਸੋ ਜਦ ਤੱਕ ਮੀਡੀਆ ਦਾ ਤਾਲਕ ਹੈ, ਮੀਡੀਆ ਜਿਹੜਾ ਹੈ ਉਹ ਇਸ ਵਕਤ ਵਰਲਡ ਦਾ ਜਿਹੜਾ ਮੀਡੀਆ ਹੈ ਉਹ ਡੈਫੀਨੇਟਲੀ ਤਾਲਿਬਾਨ ਨੂੰ ਜਿਹੜੀ ਤਵੱਜੋ ਜਿਹੜੀ ਉਹ ਦੇ ਰਿਹਾ ਆ ਕਿ ਉਹ ਇੱਕ ਸਰਕਾਰ ਬਣਾਉਣ ਜਾ ਰਹੇ ਆ ਔਰ ਉਹਨਾਂ ਨੂੰ ਹਿਊਮਨ ਰਾਈਟਸ ਜਾਂ ਡੈਮੋਕ੍ਰੇਸੀ ਜਿਹੜੀ ਆ ਉਹਦੀ ਗੱਲ ਜਿਹੜੀ ਕਰਨੀ ਚਾਹੀਦੀ ਆ। ਖਾਸ ਕਰਕੇ ਅਮਰੀਕਾ ਹਮੇਸ਼ਾ ਇਹ ਸੋਚਦਾ ਆ ਕਿ ਮੈਂ ਅਗਰ ਨਹੀਂ ਵੀ ਹੈ ਤੇ ਮੇਰੇ ਕੁਝ ਥਾਪੇ ਹੋਏ ਮੁਲਕ ਜਾਂ ਮੇਰੇ ਥਾਪੇ ਹੋਏ ਬੰਦੇ ਜਿਹੜੇ ਉਹ ਮੇਰਾ ਕੰਮ ਕਰਨਗੇ। ਇਹ ਜ਼ਰੂਰੀ ਨਹੀਂ ਕਿ ਅਮਰੀਕਾ ਹਰ ਜਗ੍ਹਾ ਰਹੇ। ਉਹਨੇ ਆਪਣੇ ਜਿਹੜੇ ਆ ਉਹ ਲੌਜਿਸਟਿਕ ਸੈਂਟਰਸ ਬਣਾਏ ਹੋਏ ਜਿੱਥੇ ਉਹ ਸਾਰੀ ਸਾਜੋ ਸਮਾਨ ਮੁਹੱਈਆ ਕਰਾਉਂਦਾ ਹੈ ਔਰ ਉਹ ਦੇਸ਼ ਜਿਹੜੇ ਕੰਮ ਕਰਦੇ ਜਿਨ੍ਹਾਂ ਚੋਂ ਇੰਡੀਆ ਵੀ ਇੱਕ ਹੈ। ਭਾਰਤ ਦਾ ਜਿਹੜਾ ਮੀਡੀਆ ਆ ਇਹਦਾ ਰਵੱਈਆ ਬੜਾ ਅਜੀਬੋ-ਗਰੀਬ ਸੀਗਾ ਕਿ ਇਹਨਾਂ ਨੇ ਸਟਾਰਟਿੰਗ ਦੇ ਵਿੱਚ ਤੇ ਇਹਨੂੰ ਪੋਲਰਾਈਜ਼ ਕਰਨ ਦੀ ਕੋਸ਼ਿਸ਼ ਕੀਤੀ, ਤਾਲਿਬਾਨ ਦਾ ਨਾਂ ਲੈ ਕੇ ਜਿਹੜੀਆਂ ਘੱਟ ਗਿਣਤੀਆਂ ਇੱਕ ਫਿਰਕੇ ਦੇ ਲੋਕਾਂ ਨੂੰ ਜਿਹੜਾ ਆ ਉਹ ਬੁਰਾ ਭਲਾ ਵੀ ਆਖਿਆ। ਬਟ ਅੰਦਰ ਖਾਤੇ ਭਾਰਤ ਦੀ ਜਿਹੜੀ ਅੰਬੈਸਡਰ ਲੈਵਲ ਦੀ ਗੱਲਬਾਤ ਉਹ ਚੱਲ ਰਹੀ ਆ। ਅਜੇ ਭਾਰਤ ਵੇਟ ਐਂਡ ਹਾਈਡ ਇੰਤਜ਼ਾਰ ਵੀ ਕਰ ਰਿਹਾ ਤੇ ਆਪਣੇ ਰਿਸ਼ਤੇ ਲੁਕਾ ਵੀ ਰਿਹਾ, ਉਹ ਸਾਫ਼-ਸਾਫ਼ ਦੱਸ ਨਹੀਂ ਰਿਹਾ। ਤੇ ਜਿਹੜੀ ਮੌਜੂਦਾ ਸੱਤਾਧਾਰੀ ਧਿਰ ਆ ਸੈਂਟਰ ਦੇ ਵਿੱਚ, ਕੇਂਦਰ ਸਰਕਾਰ ਦੇ ਵਿੱਚ, ਉਹ ਇਲੈਕਟੋਰਲ ਜਿਹੜੀ ਆਪਣੇ ਸਿਸਟਮ ਨੂੰ ਬੜੇ ਧਿਆਨ ਨਾਲ ਦੇਖਦੀ, ਬੜੀ ਉਹ ਮਤਲਬ ਸੈਂਸਿਟਿਵ ਹੈ ਕਿ ਉਹਦਾ ਜਿਹੜਾ ਵੋਟ ਬੈਂਕ ਹੈ ਕਿਸੇ ਤਰੀਕੇ ਨਾਲ ਉਹ ਪ੍ਰਭਾਵਿਤ ਨਾ ਹੋਵੇ। ਇਸ ਕਰਕੇ ਉਹ ਕਿਉਂਕਿ ਆਉਣ ਵਾਲੇ 4-5-6 ਮਹੀਨਿਆਂ ਦੇ ਵਿੱਚ 5 ਰਾਜਾਂ 'ਚ ਇਲੈਕਸ਼ਨ ਵੀ ਹੋ ਰਹੀਆਂ, ਸੋ ਉਹ ਇਹ ਕੋਸ਼ਿਸ਼ ਕਰ ਰਹੇ ਆ ਕਿ ਵੋਟਰਾਂ ਨੂੰ ਪੋਲਰਾਈਜ਼ ਕੀਤਾ ਜਾਵੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਇਸ ਨੂੰ ਲੈ ਕੇ। ਬਟ ਕੋਈ ਵੀ ਬਿਆਨ ਮੀਡੀਆ ਨੂੰ ਜਾਂ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਜਿਹਦੇ ਨਾਲ ਕਿ ਸਾਡੇ ਕਿਸੇ ਵੀ ਗੁਆਂਢੀ ਮੁਲਕ ਨਾਲ ਰਿਸ਼ਤੇ ਜਿਹੜੇ ਖਰਾਬ ਹੋਣ। ਬੜਾ ਧਿਆਨ ਦੇਣ ਦੀ ਲੋੜ ਹੈ। ਸੋ ਭਾਰਤ ਇਸ ਟਾਈਮ ਤੇ ਵੇਟ ਐਂਡ ਹਾਈਡ ਬੜਾ ਫੂਕ ਕੇ ਕਦਮ ਰੱਖ ਰਿਹਾ ਔਰ ਉਹ ਕਰਨਾ ਵੀ ਚਾਹੀਦਾ ਹੈ। ਕਾਲੇ ਪੈ ਕੇ ਕੋਈ ਵੀ ਜਿਹੜਾ ਕੰਮ ਜਿਹੜਾ ਉਹ ਅਗਰ ਕੋਈ ਬਿਆਨ ਦਿੱਤਾ ਜਾਂਦਾ, ਕੋਈ ਸਟੇਟਮੈਂਟ ਇਸ਼ੂ ਹੋ ਜਾਂਦੀ ਹੈ ਤੇ ਉਹ ਸਾਡੇ ਲਈ ਇੱਕ ਖਤਰਨਾਕ ਸਾਬਿਤ ਹੋਏਗੀ। ਜੀ ਸਰ, ਬਿਲਕੁਲ ਠੀਕ ਕਿਹਾ ਤੁਸੀਂ। ਜਿਹੜਾ ਭਾਰਤ ਨੂੰ ਅਸ਼ਰਫ ਗਨੀ ਦੇ ਜਿਹੜਾ ਸਾਬਕਾ ਡਿਪਟੀ ਹੈਗਾ ਅਮਰੁੱਲਾ ਸਲੇਹ, ਉਹਦੇ ਸਮਰਥਨ 'ਚ ਜਿੰਨਾ ਕੁ ਸਮਰਥਨ ਕੀਤਾ ਹੈ ਉਹਦੇ ਵਿੱਚ ਉਹਨੇ ਆਪਣਾ ਭਾਰਤ ਨੇ ਸਮਤੋਲ ਗਵਾਇਆ, ਇੰਨਾ ਸਮਰਥਨ ਕੀਤਾ ਹੈਗਾ। ਸੋ ਜਿਸ ਤਹਿਤ ਉਹਨੇ ਨਾਰਦਰਨ ਅਲਾਇੰਸ ਦੀ ਤਰਜ਼ ਤੇ ਟੱਕਰ ਦੇਣ ਦਾ ਐਲਾਨ ਕੀਤਾ ਹੋਇਆ ਤੇ ਉਹ ਟੱਕਰ ਜਿਹੜੀ ਆ ਬੜੀ ਇਸ ਵੇਲੇ ਖਾਨਾ ਜੰਗੀ ਹੈ ਤੇ ਬੜੀ ਤਬਾਹਕੁਨ ਸਾਬਤ ਹੋ ਰਹੀ ਹੈ। ਤੁਸੀਂ ਅਮਰੀਕਾ ਦੀ ਗੱਲ ਕਰ ਰਹੇ ਸੀ। ਅਮਰੀਕਨ ਆਪਣੇ ਥਾਪੇ ਹੋਏ ਦੇਸ਼ਾਂ ਰਾਹੀਂ ਜਾਂ ਆਪਣੇ ਥਾਪੇ ਹੋਏ ਬੰਦਿਆਂ ਰਾਹੀਂ
ਜਿਹੜੀ ਆ ਉਹ ਆਪਣੀ ਕਹਿ ਸਕਦੇ ਆ ਡਿਕਟੇਟਰਸ਼ਿਪ ਚਲਾਉਣ ਲਈ ਹਮੇਸ਼ਾ ਚਾਹਵਾਨ ਰਹਿੰਦਾ ਹੈ। ਤੇ ਇਹ ਵੀ ਖਬਰ ਹੈ ਕਿ ਸਾਊਦੀਆਂ ਨੂੰ ਮੁੜ ਸਰਗਰਮ ਹੋਣ ਲਈ ਵਾਰ-ਵਾਰ ਮਨਾਇਆ ਜਾ ਰਿਹਾ ਵੀ ਤੁਸੀਂ ਸਰਗਰਮ ਹੋ ਜਾਓ। ਉਹ ਕਿਤੇ ਨਾ ਕਿਤੇ ਥੋੜੇ ਜਿਹਾ ਸਾਇਲੈਂਟ ਚੱਲਦੇ ਪਏ ਆ। ਇਹ ਬੜਾ ਇੱਕ ਚਿੰਤਾਜਨਕ ਵਰਤਾਰਾ ਹੈ ਕਿ ਸਾਊਦੀਆਂ ਨੂੰ ਮੁੜ ਕੇ ਜਿਹੜੀ ਹੈਗੀ ਆ ਉਹ ਇੰਸਪੀਰੇਸ਼ਨ ਦੇ ਦਿੱਤੀ ਜਾ ਰਹੀ ਹੈ। ਦੇਖੋ, ਸਾਊਦੀ ਅਰਬ ਜਿਹੜਾ ਹੈ ਉਹ ਅਮਰੀਕਾ ਦਾ ਸ਼ੁਰੂ ਤੋਂ ਸਾਥੀ ਰਿਹਾ ਆ। ਜਦੋਂ ਗਲਫ ਵਾਰ ਹੋਈ ਸੀ, ਖਾੜੀ ਯੁੱਧ 1999 ਦੇ ਵਿੱਚ, ਜਦੋਂ ਇਰਾਕ ਦੇ ਨਾਲ ਲੜਾਈ ਹੋਈ, ਉਦੋਂ ਵੀ ਉਹਨੇ ਅਮਰੀਕਾ ਦਾ ਸਾਥ ਦਿੱਤਾ ਸੀਗਾ। ਜੀ ਜੀ। ਔਰ ਇਸ ਵਕਤ ਜਿਹੜੀ ਅਪਰੋਚ ਹੈ, ਜਿੱਥੇ ਤੱਕ ਅਮਰੀਕਾ ਦਾ ਤਾਲਕ ਹੈ, ਅਮਰੀਕਾ ਦਾ, ਜਿਸ ਤਰ੍ਹਾਂ ਮੈਂ ਕਿਹਾ ਕਿ ਅਮਰੀਕਾ ਦੀ ਜਿਹੜੀ ਪਾਲਿਸੀ ਉਹ ਇਹ ਹੈ ਕਿ ਉਹ ਇੱਕ ਕੰਡੋਮੀਨੀਅਮ ਅਪਰੋਚ ਅਸੀਂ ਉਹਨੂੰ ਕਹਿੰਦੇ ਹਾਂ, ਕਿ ਉਹਦੇ ਤਹਿਤ ਚੱਲ ਰਿਹਾ ਹੈ ਕਿ ਅਮਰੀਕਾ ਇਹ ਕਹਿ ਰਿਹਾ ਕਿ ਜ਼ਰੂਰੀ ਨਹੀਂ ਕਿ ਉਹ ਹਰ ਜਗ੍ਹਾ ਸ਼ਾਮਿਲ ਹੋਵੇ, ਕਿ ਉਹਨੇ ਕੋਈ ਜ਼ਿੰਮੇਵਾਰੀ ਠੇਕਾ ਨਹੀਂ ਲਿਆ ਕਿ ਪੂਰੀ ਦੁਨੀਆ ਨੂੰ ਜਿਹੜਾ ਆ ਉਹ ਸਿੱਧਾ ਕੀਤਾ ਜਾ ਸਕੇ। ਉਹ ਹੁਣ ਇਸ ਵਕਤ ਕੀ ਕਰ ਰਿਹਾ ਕਿ ਆਪਣੇ ਜਿਹੜੇ ਕੁਛ ਰੀਜਨਲ ਪਾਵਰਸ ਨੂੰ ਉਹਨੇ ਖੜਾ ਕੀਤਾ ਹੈ ਜਾਂ ਸਪੋਰਟ ਕੀਤੀ ਹੈ ਜਾਂ ਕਰ ਰਿਹਾ ਆ, ਜਿਹੜੇ ਕਿ ਅਮਰੀਕਾ ਦਾ ਕੰਮ ਕਰਨ। ਜਿਸ ਤਰ੍ਹਾਂ ਸਾਊਥ ਕੋਰੀਆ ਦੇ ਵਿੱਚ ਅਮਰੀਕਾ ਦੀਆਂ ਫੌਜਾਂ ਉੱਥੋਂ ਬਾਹਰ ਨਹੀਂ ਗਈਆਂ, ਅਜੇ ਅਫਗਾਨਿਸਤਾਨ ਚ ਗਈਆਂ ਆ, ਸਿੰਗਾਪੁਰ ਚੋਂ। ਔਰ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਜਿਹੜਾ ਭਾਰਤ ਦੇ ਵਿੱਚ ਜਾਪਾਨ ਜਿਹੜਾ ਹੈ, ਇਸ ਤੋਂ ਇਲਾਵਾ ਆਸਟ੍ਰੇਲੀਆ ਹੈ, ਜਿਹੜਾ ਕੁਆਡ ਬਣਾਇਆ ਸੀਗਾ ਇੰਡੀਅਨ ਓਸ਼ਨ ਰੀਜਨ ਦੇ ਵਿੱਚ, ਜਿਹੜਾ ਆ ਇਹਨਾਂ 4 ਦੇਸ਼ਾਂ ਦਾ ਜਿਹੜਾ ਸਮੂਹ ਬਣਾਇਆ ਗਿਆ, ਜਾਪਾਨ, ਆਸਟ੍ਰੇਲੀਆ, ਭਾਰਤ ਔਰ ਅਮਰੀਕਾ। ਸੋ ਅਮਰੀਕਾ ਇਹ ਕੋਸ਼ਿਸ਼ ਕਰਦਾ ਹੈ ਕਿ ਜਦੋਂ ਵੀ ਕਦੀ ਜ਼ਰੂਰਤ ਪਵੇ ਉਹਦੇ ਆਉਣ ਦੀ, ਤੇ ਉਹ ਫਟਾਫਟ ਉਹਦੇ ਤੇ ਪਹੁੰਚ ਸਕੇ। ਇਸ ਕਰਕੇ ਇਹ ਸਾਊਦੀ ਅਰਬ ਨੂੰ ਜਿਹੜਾ ਉਹ ਤਕੜਾ ਕਰਨਾ ਬੜਾ ਜ਼ਰੂਰੀ ਆ, ਕਿਉਂਕਿ ਅਮਰੀਕਾ ਦੀਆਂ ਪਾਲਿਸੀਜ਼ ਜਿਹੜੀਆਂ ਆ UAE ਔਰ ਸਾਊਦੀ ਅਰਬ ਜਿਹੜੀਆਂ ਉਹ ਇੰਪਲੀਮੈਂਟ ਕਰ ਰਿਹਾ। ਅਗਰ ਤੁਹਾਨੂੰ ਯਾਦ ਹੋਵੇ ਤੇ 2019 ਦੇ ਵਿੱਚ ਜਦੋਂ ਇਲੈਕਸ਼ਨ ਹੋਈਆਂ ਆਪਣੀਆਂ, ਪੁਲਵਾਮਾ ਵਾਲਾ ਅਟੈਕ ਜਦੋਂ ਹੋਇਆ ਸੀਗਾ, ਤੇ ਪੁਲਵਾਮਾ ਅਟੈਕ ਦੇ ਸਮੇਂ ਅਮਰੀਕਾ ਨੇ ਭਾਰਤ ਪਾਕਿਸਤਾਨ ਦੀ ਤਲਖੀ ਨੂੰ ਸ਼ਾਂਤ ਕਰਨ ਦੇ ਵਿੱਚ ਕੋਸ਼ਿਸ਼ ਨਹੀਂ ਸੀ ਕੀਤੀ। ਉਦੋਂ UAE ਤੇ ਸਾਊਦੀ ਅਰਬ ਜਿਹੜੇ ਨਾਲ ਸੀਗੇ। ਇਸ ਤੋਂ ਇਲਾਵਾ US ਨੂੰ, ਜਿਸ ਤਰ੍ਹਾਂ ਮੈਂ ਕਿਹਾ, ਰੀਜਨਲ ਪਾਵਰ ਚਾਹੀਦੀ ਹੁੰਦੀ ਆ। ਬਾਇਲੈਟਰਲ ਦੋ ਪੱਖੀ ਮਤਲਬ ਮੁਲਕਾਂ ਦੇ ਵਿੱਚ ਉਹ ਸ਼ਾਂਤੀ ਕਰਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਸਹਾਇਤਾ ਜਿਹੜੀ ਕੀਤੀ ਸੀ ਉਸ ਟਾਈਮ ਤੇ UAE ਔਰ ਸਾਊਦੀ ਅਰੇਬੀਅਨ ਨੇ ਕੀਤੀ। ਸੋ ਸਾਊਦੀ ਅਰਬ ਨੂੰ ਨਾਲ ਰੱਖਣਾ ਅਮਰੀਕਾ ਦੀ ਮਜਬੂਰੀ ਵੀ ਕਹਿ ਲਓ ਜਾਂ ਜ਼ਰੂਰੀ ਵੀ ਆ। ਉਹਦੇ ਬਗੈਰ ਗੁਜ਼ਾਰਾ ਤੇ ਦੇਖੋ ਹੋਣਾ ਨਹੀਂ ਹੈਗਾ। ਇਹ ਜ਼ਰੂਰੀ ਹੈ ਬਹੁਤ ਜ਼ਿਆਦਾ। ਇਸ ਤੋਂ ਇਲਾਵਾ ਜਦੋਂ 2010 ਦੇ ਵਿੱਚ ਇੰਡੀਅਨ ਓਸ਼ਨ ਜਿਹੜੀ ਹੈ ਉਹ ਨੂੰ ਜਿਹੜਾ ਉਹਦੇ ਵਿੱਚ ਅਸੀਂ ਇੱਕ ਆਪਰੇਸ਼ਨ ਵੀ ਚਲਾਇਆ ਸੀਗਾ ਲਕਸ਼ਦੀਪ ਦੇ ਵਿੱਚ, ਆਪਰੇਸ਼ਨ ਆਈਲੈਂਡ ਵਾਚ। ਉਹਦੇ ਤਹਿਤ ਭਾਰਤ ਨੇ ਜਿਹੜੇ ਸੋਮਾਲੀਆ ਦੇ ਪਾਇਰੇਟ ਜਾਂ ਸਮੁੰਦਰੀ ਲੁਟੇਰਿਆਂ ਨੂੰ ਕਾਬੂ ਕਰਨ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ ਸੀ। ਔਰ ਭਾਰਤ ਇਸ ਟਾਈਮ ਤੇ ਜਿਹੜੀ ਰਿਮ ਐਸੋਸੀਏਸ਼ਨ ਹੈ, ਜਿਹੜੀ ਕਿ 23 ਮੁਲਕ ਹੈ ਉਹਦੇ ਮੈਂਬਰ ਹੈ, 97 ਦੇ ਵਿੱਚ ਇਹਦੀ ਸਥਾਪਨਾ ਹੋਈ ਸੀਗੀ। ਤੇ ਆਪਰੇਸ਼ਨ ਆਈਲੈਂਡ ਵਾਚ, ਯੈਸ, ਹਾਂ, ਅਗਰ ਮੈਂ ਗਲਤ ਨਹੀਂ ਕਹਿ ਰਿਹਾ ਤੇ ਇਹ ਰਿਮ ਐਸੋਸੀਏਸ਼ਨ ਦਾ ਚੌਧਰੀ ਹੈ ਭਾਰਤ ਜਿਹੜਾ ਬਣਿਆ ਹੋਇਆ ਵਾ, ਤੇ ਜਿਹੜਾ ਅਮਰੀਕਾ ਦੀ ਸਪੋਰਟ ਦੇ ਨਾਲ। ਤੇ ਇਸ ਕਰਕੇ ਸਾਊਦੀ ਅਰਬ, ਪਾਕਿਸਤਾਨ, ਈਰਾਨ, ਇਹਨਾਂ ਦੀ ਜਿਹੜੀ ਮਹੱਤਤਾ ਆ ਉਹਨੂੰ ਜਿਹੜਾ ਉਹ ਆਪਾਂ ਦਰਕਿਨਾਰ ਨਹੀਂ ਕਰ ਸਕਦੇ। ਸਾਊਦੀ ਅਰੇਬੀਆ ਨੂੰ ਸਾਹਮਣੇ ਰੱਖਣਾ ਜਿਹੜਾ ਉਹ ਅਮਰੀਕਾ ਵਾਸਤੇ ਇੱਕ ਮਜਬੂਰੀ ਕਹਿ ਲਓ, ਜ਼ਰੂਰੀ ਹੈ। ਸਾਹਿਬ, ਜਦੋਂ ਤੁਸੀਂ ਸਾਊਦੀ ਅਰਬ ਦਾ ਜ਼ਿਕਰ ਵਾਰ-ਵਾਰ ਕਰ ਰਹੇ ਹੋ ਤੇ ਮੇਰੇ ਜ਼ਿਹਨ 'ਚ ਇੱਕ ਪ੍ਰਸ਼ਨ ਪੈਦਾ ਹੋ ਰਿਹਾ ਕਿ ਸਾਊਦੀ ਅਰਬ ਤੇ ਪਾਕਿਸਤਾਨ ਨੂੰ ਵੀ ਤਾਲਿਬਾਨ ਦੀ ਜਿਹੜੀ ਅਫਗਾਨੀਅਤ ਹੈ ਤੇ ਪਖਤੂਨਾ ਦੇ ਅੰਦਰ ਦੀ ਜਿਹੜੀ ਆਜ਼ਾਦੀ ਦੀ ਭਾਵਨਾ, ਉਹਦਾ ਅੱਜ ਅਹਿਸਾਸ ਤੇ ਹੋ ਚੁੱਕਾ ਹੋਏਗਾ। ਕੋਈ ਕਸਰ ਤਾਂ ਨਹੀਂ ਰਹੀ ਕਿ ਉਹਨਾਂ ਨੂੰ ਕੋਈ ਅਜੇ ਅਹਿਸਾਸ ਨਾ ਹੋਇਆ ਹੋਵੇ ਕਿ ਪਖਤੂਨਾ ਦੇ ਅੰਦਰ ਆਜ਼ਾਦੀ ਦੀ ਇੱਕ ਭਾਵਨਾ ਆ ਤੇ ਤਾਲਿਬਾਨ ਜਿਹੜੇ ਹੈਗੇ ਉਹਨਾਂ ਦੀ ਅਫਗਾਨੀਅਤ ਉਹਨਾਂ ਦੇ ਅੰਦਰ ਜ਼ਿੰਦਾ ਹੈ ਤੇ ਉਹ ਪੂਰੇ ਉਛਾਲੇ ਮਾਰ ਰਹੀ ਹੈ। ਦੇਖੋ, ਇਹ ਤੁਹਾਡੀ ਗੱਲ ਜਿਹੜੀ ਆ ਉਹਨੂੰ ਮੈਂ ਇਸ ਤਰੀਕੇ ਨਾਲ ਇਹਦਾ ਜਵਾਬ ਜਿਹੜਾ ਦਊਂਗਾ ਕਿ ਜਿਹੜੇ ਪਸ਼ਤੂਨ ਹੈ, ਆਪਾਂ ਉਹਨਾਂ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ। ਉਹ ਸਭ ਤੋਂ ਵੱਡੀ ਐਥਨਿਕ ਕਮਿਊਨਿਟੀ ਆ, 42% ਆਬਾਦੀ ਜਿਹੜੀ ਪਸ਼ਤੂਨਾਂ ਦੀ ਹੈਗੀ ਹੈ। ਔਰ ਪਸ਼ਤੂਨਾਂ ਨੂੰ ਆਪਣੇ ਮੁਲਕ ਦੀ ਅਹਿਮੀਅਤ ਦਾ ਪਤਾ ਆ। ਔਰ ਜ਼ਾਹਿਰ ਜੀ ਗੱਲ ਹੈ ਕਿ ਪਾਕਿਸਤਾਨ 'ਚ ਇੱਕ ਹਿੱਸਾ ਤੇ ਤਾਲਿਬਾਨ ਦੀ ਵਾਪਸੀ ਦਾ ਜਿਹੜਾ ਉਹ ਵਿਰੋਧ ਕਰ ਰਿਹਾ, ਬਟ ਇੱਕ ਹਿੱਸਾ ਉਹਦਾ ਵੈਲਕਮ ਵੀ ਕਰਦਾ ਪਿਆ। ਖੁਦ ਪਾਕਿਸਤਾਨ ਦੇ ਵਜ਼ੀਰ ਆਜ਼ਮ ਨਵਾਜ਼ ਸ਼ਰੀਫ, ਇਮਰਾਨ ਖਾਨ ਜੀ ਨੇ ਬਿਆਨ ਦਿੱਤਾ ਸੀਗਾ ਕਿ ਗੁਲਾਮੀ ਦੀਆਂ ਜੰਜ਼ੀਰਾਂ ਤੋੜ ਦਿੱਤੀਆਂ ਗਈਆਂ ਵਾ। ਸੋ ਪਸ਼ਤੂਨ ਜਿਹੜੇ ਹੈ, ਉਹਨਾਂ ਦਾ ਜਿਹੜਾ ਸਾਹਮਣੇ ਆਉਣਾ ਔਰ ਉਹਨਾਂ ਦਾ ਉੱਪਰ ਉੱਠਣਾ, ਇੱਕ ਜਜ਼ਬਾ ਵਤਨ ਜਿਹੜਾ ਆ, ਉਹ ਇੱਕ ਬੜੀ ਵੱਡੀ ਜਿਹੜੀ ਆ ਉਹਨਾਂ ਦੀ ਆਪਾਂ ਜਿਹੜੀ ਆ ਉਹ ਅਚੀਵਮੈਂਟ ਮੰਨ ਸਕਦੇ ਹਾਂ।
ਇਸ ਤੋਂ ਇਲਾਵਾ 2001 ਤੋਂ ਲੈ ਕੇ 21 ਤੱਕ ਦਾ ਜਿਹੜਾ ਵਕਫਾ ਅਫਗਾਨਿਸਤਾਨ ਚ ਰਿਹਾ, ਉਹਦੇ ਵਿੱਚ ਉਹਨਾਂ ਨੂੰ ਵਿਚਾਰਾਂ ਦੀ ਆਜ਼ਾਦੀ ਜਿਹੜੀ ਆ ਉਹਦਾ ਪ੍ਰਗਟਾਵਾ ਕਰਨ ਦੀ ਪੂਰੀ ਖੋਲ ਸੀਗੀ। ਹੁਣ ਉਹ ਕਿੰਨੀ ਕੁ ਰਹਿੰਦੀ ਹੈ ਤੇ ਦੇਖਣ ਵਾਲੀ ਗੱਲ ਹੋਏਗੀ। ਹਾਲਾਂਕਿ ਤਾਲਿਬਾਨ ਦਾ ਇਹ ਕਹਿਣਾ ਹੈ ਕਿ ਮੀਡੀਆ ਨੂੰ ਪੂਰੀ ਆਜ਼ਾਦੀ ਹੋਏਗੀ, ਕੋਈ ਐਸੀ ਗੱਲ ਨਹੀਂ ਹੈ। ਬਟ ਪਸ਼ਤੂਨ ਬਰਾਦਰੀ ਜਿਹੜੀ ਆ ਉਹ ਆਪਣੀ ਅਜੇ ਵੀ ਜਿਹੜੀ ਆ ਉਹ ਆਜ਼ਾਦੀ ਚਾਹੁੰਦਾ ਵਾ। ਅਜੇ ਇਹ ਨਹੀਂ ਕਹਿ ਸਕਦੇ ਕਿ ਪੂਰੀ ਤਰ੍ਹਾਂ ਨਾਲ ਆਜ਼ਾਦ ਹੋ ਗਏ, ਕਿਉਂਕਿ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਜਿਹੜੇ ਹਜ਼ਾਰਾ ਕਮਿਊਨਿਟੀ ਆ, ਹਜ਼ਾਰਾ ਤੋਂ ਇਹ ਚੰਗੇਜ਼ ਖਾਨ ਦੇ ਡਿਸੈਂਡੈਂਟ ਹੈਗੇ ਆ। ਔਰ ਉੱਥੇ ਜਿਹੜੇ ਉਜ਼ਬੇਕ, ਅਹਿਮਕ, ਬਲੋਚ, ਇਹ ਸਾਰੇ ਜਿਹੜੇ ਖਿੱਤੇ ਆ ਜਾਂ ਨਾਰਦਰਨ ਅਲਾਇੰਸ ਜਿਹੜਾ, ਜਿੱਥੇ ਕਿ ਤਾਜ਼ਿਕ ਕਮਿਊਨਿਟੀ ਆ ਜਾਂ ਹਜ਼ਾਰਾ ਕਮਿਊਨਿਟੀ ਆ, ਇਹਨਾਂ ਦੀ ਆਪਸ ਦੇ ਵਿੱਚ ਅਜੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਪੂਰੀ ਤਰ੍ਹਾਂ ਨਾਲ ਰਲ ਗਏ ਆ, ਮਿਲ ਗਏ ਆ ਜਾਂ ਇੱਕ ਹੋ ਗਿਆ। ਅਜੇ ਵੀ ਉਹਨਾਂ ਦੇ ਵਿੱਚ ਇੱਕ ਭਾਵਨਾ ਹੈ ਕਿ ਇੱਕ ਆਪਣਾ ਪਖਤੂਨਿਸਤਾਨ ਜਿਹੜਾ ਉਹ ਬਣਾਇਆ ਜਾਵੇ। ਸੋ ਉਹਦੇ ਵਿੱਚ ਜਿਹੜੀ ਫੰਡਿੰਗ ਹੈ ਦਾਰੁਲ ਉਲੂਮ ਨੂੰ ਜਾਂ ਉਹ ਸਾਰੀ ਸਾਊਦੀ ਅਰਬ ਤੋਂ ਆ। ਸਾਊਦੀ ਅਰਬ ਨੇ ਹੀ 2001 ਦੇ ਹਮਲੇ ਤੋਂ ਬਾਅਦ ਵਿੱਚ ਤੋਰਾ ਬੋਰਾ ਦੀਆਂ ਪਹਾੜੀਆਂ ਦੇ ਵਿੱਚ ਉਸਾਮਾ ਬਿਨ ਲਾਦਨ ਨੂੰ ਜਿਹੜਾ ਲੁਕਾਉਣ ਦੀ ਜਿਹੜੀ ਆ ਉਹ ਮਦਦ ਕੀਤੀ ਸੀ, ਉਹਦੀ ਪ੍ਰਵਾਨਗੀ ਬਗੈਰ। ਦੇਖੋ ਇੱਥੇ ਅਫਗਾਨਿਸਤਾਨ 'ਚ ਜੋ ਵੀ ਤਾਲਿਬਾਨ ਨੇ ਕਰਨਾ ਆ, ਉਹ ਸਾਊਦੀ ਅਰਬ ਤੇ ਪਾਕਿਸਤਾਨ ਦੀ ਮਰਜ਼ੀ ਬਗੈਰ ਕੁਝ ਨਹੀਂ ਹੋ ਸਕਦਾ। ਉਹਨਾਂ ਦੇ ਪਿੱਛੇ ਬੈਕਿੰਗ ਜਿਹੜੀ ਆ ਉਹ ਪਾਕਿਸਤਾਨ ਦੀ ਆ। ਭਾਰਤ ਨਾਲ ਅਫਗਾਨਿਸਤਾਨ ਦੇ ਰਿਸ਼ਤੇ ਕਿਹੋ ਜਿਹੇ ਰਹਿਣਗੇ, ਉਹਦੇ ਪਿੱਛੇ ਵੀ ਸਿੱਧਾ ਜਿਹੜਾ ਉਹ ਇਹ ਮੁਲਕ ਜਿਹੜੇ ਉਹ ਤੈਅ ਕਰਨਗੇ ਕਿ ਕਿਸ ਤਰ੍ਹਾਂ ਹੋਏਗਾ। ਸੋ ਪਸ਼ਤੂਨਿਸਤਾਨ ਤੇ ਉਹ ਕੰਮ ਜਿਹੜੇ ਉਹ ਕਰ ਰਹੇ ਹੈਗੇ ਆ, ਕਰਨਾ ਪਏਗਾ ਉਹਨਾਂ ਨੂੰ। ਬਿਲਕੁਲ, ਅੱਜ ਵੀ ਤਾਜ਼ਾ ਖਬਰਾਂ ਨੇ, ਦੋਸ਼ ਨੇ ਕਿ ਜੋ ਕੁਝ ਅਫਗਾਨਿਸਤਾਨ 'ਚ ਹੋ ਰਿਹਾ, ISI ਦੇ ਬਿਲਕੁਲ ਉਹਦੇ ਹੁਕਮਾਂ ਤੇ ਹੋ ਰਿਹਾ, ਜੋ ਕੁਝ ਵਾਪਰ ਰਿਹਾ ਹੈਗਾ, ਤੇ ਸਮਾਂ ਆਪਣਾ ਬੜੀ ਤੇਜ਼ੀ ਨਾਲ ਅੱਗੇ ਵਧ ਰਿਹਾ। ਤੁਸੀਂ ਬੜੇ ਸੰਖੇਪ ਸਮੇਂ ਵਿੱਚ ਬਹੁਤ ਇਤਿਹਾਸਕ ਜਾਣਕਾਰੀ, ਜਿਹੜੀ ਜੈਗਰਾਫਿਕਲੀ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਹੋ। ਅੱਜ ਦੀ ਜਿਹੜੀ ਸਥਿਤੀ ਹੈ, 3-4 ਦਿਨ ਹੋ ਗਏ ਇਹ ਖਬਰ ਆਉਂਦੀ ਹੈ ਕਿ ਸਰਕਾਰ ਬਣਨ ਵਾਲੀ ਹੈ, ਸਰਕਾਰ ਬਣਨ ਵਾਲੀ ਹੈ, ਲੇਕਿਨ ਸਰਕਾਰ ਬਣ ਨਹੀਂ ਪਾ ਰਹੀ। ਤੇ ਇਹ ਖਬਰ ਵੀ ਆ ਰਹੀ ਹੈ ਕਿ ਉੱਥੇ ਪੰਜ ਸ਼ੀਰ ਦੇ ਵਿੱਚ ਬੜੀ ਜੰਗ ਜਿਹੜੀ ਹੈ ਤੇਜ਼ੀ ਨਾਲ ਭਖੀ ਹੋਈ ਹੈ। ਇਹ ਵੀ ਕਿਹਾ ਜਾ ਰਿਹਾ ਵੀ ਤਾਲਿਬਾਨ ਕਹਿ ਰਿਹਾ ਕਿ ਸਾਡਾ ਕਬਜ਼ਾ ਹੋ ਗਿਆ, ਤੇ ਦੂਜੇ ਪਾਸੇ ਟੱਕਰ ਦੇ ਰਿਹਾ ਜਿਹੜੇ ਉਹ ਕਹਿ ਰਿਹਾ ਕਿ ਨਹੀਂ, ਅਜੇ ਕਬਜ਼ਾ ਨਹੀਂ ਹੋਇਆ ਤੇ ਅਸੀਂ ਇਹਨਾਂ ਨੂੰ ਟੱਕਰ ਦੇਵਾਂਗੇ। ਤੇ ਇਸ ਸਥਿਤੀ ਤੇ ਥੋੜਾ ਜਿਹਾ ਜ਼ਰੂਰ ਵੀ ਸਰਕਾਰ ਬਣਨ ਵਿੱਚ ਦੇਰੀ ਕਿਉਂ ਹੈ? ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਦੇਖੋ ਉੱਥੇ ਇਹ ਹੈ ਕਿ ਜਿਹੜਾ ਤਾਲਿਬਾਨ ਆ, ਉਹਨਾਂ ਨੂੰ ਜਿੰਨੇ ਵੀ ਪਾਕਿਸਤਾਨ ਦੇ ਟੈਰਰਿਸਟ ਆਰਗੇਨਾਈਜੇਸ਼ਨ ਸੀਗੀਆਂ, ਜਿਨ੍ਹਾਂ ਦੇ ਵਿੱਚ ਜੈਸ਼-ਏ ਮੁਹੰਮਦ ਵੀ ਆ, ਲਸ਼ਕਰ-ਏ-ਤੈਯਬਾ ਵੀ ਆ, ਉਹਨਾਂ ਦੇ ਲੜਾਕੇ ਵੀ ਉਹਨਾਂ ਦੀਆਂ ਫੌਜਾਂ ਦੇ ਵਿੱਚ ਲੜ ਰਹੇ ਸੀਗੇ। ਔਰ ਅਫਗਾਨਿਸਤਾਨ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਬੰਦ ਟੈਰਰਿਸਟ ਸੀਗੇ, ਜਿਹੜੇ ਦਹਿਸ਼ਤਗਰਦ ਸੀਗੇ, ਉਹਨਾਂ ਨੂੰ ਵੀ ਜਦੋਂ ਤਾਲਿਬਾਨ ਨੇ ਕਾਬੁਲ ਦੇ ਉੱਪਰ ਹਮਲਾ ਕੀਤਾ, ਕਬਜ਼ਾ ਕੀਤਾ, ਤੇ ਜੇਲ੍ਹਾਂ ਦੇ ਵਿੱਚ ਉਹਨਾਂ ਨੂੰ ਵੀ ਛੁਡਾਇਆ ਗਿਆ। ਸੋ ਉੱਥੇ ਜਿਹੜੀ ਰੀਜਨਲ ਜਿਹੜੀ ਪਾਵਰਸ ਹੈਗੀਆਂ ਆ, ਜਿਹੜੇ ਸਟੇਕ ਹੋਲਡਰ ਹੈ, ਜਿਹੜੇ ਆਪਣਾ ਹੱਕ ਸਮਝਦੇ ਆ ਸਰਕਾਰ ਦੇ ਵਿੱਚ, ਅਜੇ ਵੀ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਗੱਲਬਾਤ ਜਿਹੜੀ ਉਹ ਚਲੀ ਜਾ ਰਹੀ ਆ। ਇਹ ਮਹਿਸੂਸ ਕੀਤਾ ਜਾ ਰਿਹਾ ਕਿ ਜਿਸ ਤਰ੍ਹਾਂ ਜਦੋਂ ਇਰਾਨੀਅਨ ਰੈਵੋਲੂਸ਼ਨ ਹੋਈ ਤੇ ਆਇਤੁੱਲਾ ਅਲ ਖਮੈਨੀ ਜਿਹੜਾ ਉਹਦਾ ਸੁਪਰੀਮ ਲੀਡਰ ਬਣ ਗਿਆ, ਇਸੇ ਤਰ੍ਹਾਂ ਮੁੱਲਾ ਬ੍ਰਦਰ ਜਿਹੜਾ ਅਫਗਾਨਿਸਤਾਨ ਦੇ ਵਿੱਚ ਇੱਕ ਸੁਪਰੀਮ ਲੀਡਰ ਵਜੋਂ ਉੱਭਰ ਕੇ ਸਾਹਮਣੇ ਆਵੇ ਤੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋਏਗੀ। ਸੋ ਉੱਥੇ ਜਿਹੜੇ ਹੱਕਾਨੀ ਆ, ਸਿਰਾਜੁਦੀਨ ਹੱਕਾਨੀ ਆ, ਜਿਹੜਾ ਜਲਾਲੁਦੀਨ ਹੱਕਾਨੀ, ਜਿਹੜਾ ਕਿ ਹੱਕਾਨੀ ਨੈਟਵਰਕ ਦਾ ਜਿਹੜਾ ਸੰਸਥਾਪਕ ਸੀਗਾ, ਉਹਦਾ ਬੇਟਾ ਹੈ, ਔਰ ਉਹ ਵੀ ਉਹਦੇ ਵਿੱਚ ਆਪਣਾ ਹਿੱਸਾ ਚਾਹੁੰਦਾ ਹੈ। ਇਸ ਤੋਂ ਇਲਾਵਾ ਜਿਹੜੇ ਤਾਲਿਬਾਨ ਦੇ ਅਲੱਗ-ਅਲੱਗ ਅਖੂਨਜ਼ਾਦਾ ਹੈ ਜਿਹੜਾ, ਉਹ ਵੀ ਆਪਣਾ ਹਿੱਸਾ ਜਿਹੜਾ ਉਹ ਲੱਭ ਰਹੇ ਆ। ਪਾਕਿਸਤਾਨ, ਸਾਊਦੀ ਅਰਬ, ਈਰਾਨ, ਰਸ਼ੀਆ, ਚਾਈਨਾ, ਇਹ ਸਾਰੇ ਮੁਲਕਾਂ ਦਾ ਇੱਕ ਆਪਸ ਦੇ ਵਿੱਚ ਇਸ ਵਕਤ ਮੰਥਨ ਚੱਲ ਰਿਹਾ ਹੈ ਕਿ ਕਿਹੜੀ ਸਰਕਾਰ ਕਿਹਦੇ ਜਿਹੜੇ ਆ ਉਹ ਪ੍ਰਧਾਨਗੀ ਦੇ ਵਿੱਚ, ਸਦਾਰਤ ਦੇ ਵਿੱਚ ਬਣਾਈ ਜਾਵੇ, ਜਿਹਦੇ ਨਾਲ ਕਿ ਸ਼ਾਂਤੀ ਜਿਹੜੀ ਉਹ ਕਾਇਮ ਹੋ ਸਕੇ। ਸੋ ਭਾਰਤ ਵੀ, ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਕਿ ਵੇਟ ਐਂਡ ਵਾਚ ਵਾਲੀ ਇੱਕ ਸਥਿਤੀ ਹੁੰਦੀ ਹੈ, ਕਿ ਵੇਟ ਐਂਡ ਹਾਈਡ ਹੁੰਦੀ ਵੀ ਅਜੇ ਆਰਾਮ ਨਾਲ ਚੁੱਪ ਕਰਕੇ ਵੇਖੋ ਕਿ ਕੀ ਬਣਦਾ ਆ, ਆਪਣੇ ਪੱਤੇ ਬਾਅਦ ਵਿੱਚ ਖੋਲਾਂਗੇ। ਔਰ ਇਹ ਮੈਨੂੰ ਲੱਗਦਾ ਕਿ ਇੱਕ ਫੋਰਨ ਪਾਲਿਸੀ ਦੇ ਲਹਿਜ਼ੇ ਨਾਲ ਅਗਰ ਦੇਖਿਆ ਜਾਵੇ ਤੇ ਇੱਕ ਸਹੀ ਅਪਰੋਚ ਵੀ ਆ ਕਿ ਇੱਕਦਮ ਜਿਹੜਾ ਉਹ ਕਾਲੇ ਪੈ ਕੇ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇੱਥੇ ਇੱਕ ਮੈਂ ਚੀਜ਼ ਜਿਹੜੀ ਉਹ ਮੈਂਸ਼ਨ ਜ਼ਰੂਰ ਮੇਰੇ ਕੋਲ ਰਹਿ ਨਾ ਜਾਵੇ ਜਾਂਦੇ ਜਾਂਦੇ, ਕਿ ਅਮਰੀਕਾ ਔਰ ਭਾਰਤ ਨੂੰ ਜਿਹੜਾ ਆ ਉਹਨਾਂ ਦੇ ਰਿਸ਼ਤਿਆਂ ਬਾਰੇ ਸਾਡੇ 4 ਸਮਝੌਤੇ ਜਿਹੜੇ ਆ ਉਹ ਅਮਰੀਕਾ ਨਾਲ ਹੋਏ ਆ। ਉਹ ਸਟੂਡੈਂਟ ਜ਼ਰੂਰ ਇੱਕ ਧਿਆਨ ਦੇਣ ਕਿ ਅਮਰੀਕਾ ਨੂੰ ਅਸੀਂ ਜਿਹੜਾ ਆ ਉਹ ਇਸ ਰੀਜਨ ਦੇ ਵਿੱਚੋਂ ਖਤਮ ਹੋਇਆ ਬਿਲਕੁਲ ਨਹੀਂ ਮੰਨ ਸਕਦੇ, ਉਹ ਅਜੇ ਵੀ ਹੈ ਔਰ ਰਹੇਗਾ। ਭਾਰਤ ਨਾਲ ਜਿਸ ਤਰ੍ਹਾਂ ਸਮਝੌਤਾ ਅਸੀਂ ਬੈਕਾ ਬੇਸਿਕ ਐਕਸਚੇਂਜ ਐਂਡ ਕੋਆਪਰੇਸ਼ਨ ਐਗਰੀਮੈਂਟ, ਇਸ ਤੋਂ ਇਲਾਵਾ ਅਸੀਂ ਸਮਝੌਤਾ ਕੀਤਾ ਸੀਗਾ ਉਹਨਾਂ ਨਾਲ ਦਾ ਲੌਜਿਸਟਿਕ ਐਕਸਚੇਂਜ ਮੈਮੋਰੈਂਡਮ ਆਫ ਐਗਰੀਮੈਂਟ ਲਿਮੋਵਾ। ਫਿਰ ਅਸੀਂ ਜਿਹੜਾ ਕਾਮਕਾਸਾ ਕੀਤਾ ਸੀ ਇਹਨਾਂ ਦੇ ਨਾਲ, ਕਮਿਊਨੀਕੇਸ਼ਨ ਕੰਪੈਟੀਬਿਲਿਟੀ ਐਂਡ ਸਿਕਿਉਰਿਟੀ ਐਗਰੀਮੈਂਟ, ਇਹ
2018 ਸਤੰਬਰ ਦੇ ਵਿੱਚ ਅਸੀਂ ਜਿਹੜਾ ਇਹ ਸਮਝੌਤਾ ਅਮਰੀਕਾ ਨਾਲ ਕੀਤਾ ਸੀਗਾ। ਤੇ ਭਾਰਤ ਜਿਹੜਾ ਆ ਅਮਰੀਕਾ ਦਾ ਸਾਥ ਉਹਨੂੰ ਦੇਣਾ ਪਏਗਾ। ਅਮਰੀਕਾ ਭਾਰਤ ਦੇ ਨਾਲ ਹੈ। 1971 ਤੋਂ ਲੈ ਕੇ ਤੁਸੀਂ ਦੇਖੋ ਕਿ 90s ਤੱਕ ਰੂਸ ਔਰ ਭਾਰਤ ਦੇ ਬੜੇ ਸੁਖਾਵੇਂ ਸੰਬੰਧ ਰਹੇ। 1971 ਦੀ ਭਾਰਤ ਪਾਕਿਸਤਾਨ ਲੜਾਈ ਦੇ ਬਾਅਦ ਵਿੱਚ ਅਸੀਂ ਰੂਸ ਦੀ ਮਦਦ ਨਾਲ ਹੀ ਜਿਹੜਾ ਪਾਕਿਸਤਾਨ ਦਾ ਬਲਕਾਨਾਈਜੇਸ਼ਨ ਕਰ ਸਕੇ ਜਾਂ ਬੰਗਲਾਦੇਸ਼ ਇੱਕ ਨਵਾਂ ਮੁਲਕ ਬਣਾ ਸਕੇ। ਸਾਡੀ ਕਾਫੀ ਹੈਲਪ ਕੀਤੀ ਗਈ ਉਸ ਟਾਈਮ ਦੇ ਉੱਪਰ। ਬਟ ਜਦੋਂ ਕੋਲਡ ਵਾਰ ਖਤਮ ਹੁੰਦੀ ਹੈ ਉਸ ਤੋਂ ਬਾਅਦ ਸਾਡੇ ਜਿਹੜੇ ਰਿਸ਼ਤੇ ਆ ਉਹ ਰੂਸ ਨਾਲ ਕਿਤੇ ਮੈਂ ਨਹੀਂ ਕਹਿ ਸਕਦਾ ਕਿ ਸਾਡੇ ਬਹੁਤ ਅੱਛੇ ਹੈ, ਹੁਣ ਵੀ ਠੀਕ ਹੋ ਰਹੇ ਆ, ਬਟ ਉਹਨੇ ਲੈਵਲ ਦੇ ਨਹੀਂ ਰਹੇ। ਅਸੀਂ ਅਮਰੀਕਾ ਦੇ ਕਾਫੀ ਕਲੋਜ਼ ਗਏ। ਜਦੋਂ ਸਾਨੂੰ ਅਟੈਕ ਹੋਇਆ, ਜਦੋਂ 1999 ਵਿੱਚ ਕਾਰਗਿਲ ਵਾਰ ਹੋਈ, ਤਾਂ ਉਸ ਟਾਈਮ ਦੇ ਉੱਪਰ ਬਿਲ ਕਲਿੰਟਨ ਸਾਹਿਬ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਬੜੀ ਬੁਰੀ ਤਰ੍ਹਾਂ ਨਾਲ ਝਾੜਿਆ ਔਰ ਆਪਣੀਆਂ ਫੌਜਾਂ ਵਾਪਸ ਬੁਲਾਉਣ ਲਈ ਕਿਹਾ। ਉਹ ਇੱਕ ਬੜਾ ਟਰਨਿੰਗ ਪੁਆਇੰਟ ਸੀਗਾ, ਪੈਰਾਡਾਈਮ ਸ਼ਿਫਟ ਸੀ, ਜਦੋਂ ਕਿ ਪਾਕਿਸਤਾਨ ਨਾਲ ਅਮਰੀਕਾ ਦੇ ਸੰਬੰਧ ਜਿਹੜੇ ਆ ਉਹ ਉਹਨੇ ਸੁਖਾਵੇਂ ਨਹੀਂ ਰਹੇ, ਸਾਡੇ ਨਾਲ ਜ਼ਿਆਦਾ ਬਿਹਤਰ ਹੋਣੇ ਸ਼ੁਰੂ ਹੋ ਗਏ ਜਦੋਂ ਅਟਲ ਬਿਹਾਰੀ ਵਾਜਪੇਈ ਸਾਹਿਬ ਵਜ਼ੀਰ ਆਜ਼ਮ ਸੀ ਭਾਰਤ ਦੇ। ਤੇ ਉਹ ਇੱਕ ਸ਼ਿਫਟ ਹੈ, ਉਹ ਜਿਹੜਾ ਦੌਰ ਹੈ। ਸੋ ਨਿਊਕਲੀਅਰ ਡੀਲ ਵੀ ਹੋਈ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਦੇ ਉੱਪਰ, ਬਰਾਕ ਓਬਾਮਾ ਉਦੋਂ ਪ੍ਰੈਜ਼ੀਡੈਂਟ ਸੀ ਅਮਰੀਕਾ ਦੇ, ਔਰ ਸਾਡੇ ਜਿਹੜੇ ਰਿਲੇਸ਼ਨਸ ਆ ਉਹ ਹਰ ਜਿਹੜਾ ਰਾਸ਼ਟਰਪਤੀ ਆ ਉਹਨਾਂ ਨਾਲ ਸੁਧਰੀ ਹੈ। ਇਸ ਵਕਤ ਜੋ ਬਾਈਡਨ ਸਾਹਿਬ ਦੇ ਸਮੇਂ ਵੀ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਜਿਹੜੇ ਸੰਬੰਧ ਹੈ ਉਹ ਵਿਦੇਸ਼ੀ ਮੁਲਕਾਂ ਦੇ ਨਾਲ, ਬਾਕੀਆਂ ਦੇ ਨਾਲ ਔਰ ਅਮਰੀਕਾ ਦੇ ਨਾਲ ਜਿਹੜੇ ਉਹ ਬਿਹਤਰ ਹੋਣਗੇ। ਰੂਸ ਨਾਲ ਵੀ ਸਾਡੇ ਜਿਹੜੇ ਰਿਲੇਸ਼ਨਸ ਆ ਉਹ ਅੱਛੇ ਹੋ ਰਹੇ ਆ। ਮੇਰੇ ਕੋਲ ਇੱਕ ਲਾਸਟ ਤੇ ਨਿਊਜ਼ ਸੀਗੀ, ਉਹ ਮੈਂ ਜ਼ਰੂਰ ਇੱਕ ਆਪਣੇ ਦਰਸ਼ਕਾਂ ਨਾਲ ਸਾਂਝੀ ਜਿਹੜੀ ਉਹ ਕਰਨਾ ਚਾਹਾਂਗਾ। ਜ਼ਰੂਰ ਜੀ। ਕਿ ਉਹਦੇ ਵਿੱਚ ਇਹ ਹੈ ਕਿ ਮੋਦੀ ਜਿਹੜਾ ਆ ਉਹ ਮਾਸਕੋ ਦੇ ਨਾਲ ਜਿਹੜੀ ਆ ਉਹ ਪਾਰਟਨਰਸ਼ਿਪ ਜਿਹੜੀ ਆ ਉਹ ਕਰ ਰਿਹਾ, ਈਸਟਰਨ ਇਕਨੋਮਿਕ ਫੋਰਮ ਦਾ ਜਿਹੜਾ ਆ ਉਹ ਹਿੱਸਾ ਬਣ ਗਿਆ ਆ। ਉਹਨੂੰ ਐਡਰੈਸ ਵੀ ਕਰ ਰਿਹਾ ਸਾਡੇ ਜਿਹੜੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ। ਸੋ ਇਸ ਕਰਕੇ ਇਹ ਪੂਰੀ ਜਿਹੜੀ ਅਫਗਾਨਿਸਤਾਨ ਦੀ ਇੱਕ ਜੀਓਗ੍ਰਾਫੀ, ਉਹਦੀ ਹਿਸਟਰੀ ਔਰ ਪ੍ਰੈਜ਼ੈਂਟ ਉਹਦਾ ਕੀ ਰਜੀਵ ਹੈ, ਇਹਨੂੰ ਸਮਝਣਾ ਜਿਹੜੇ ਸੁਣਨ ਵਾਲੇ ਆ, ਮੇਰੀ ਮੁਰਾਦ ਉਹਨਾਂ ਵਿਦਿਆਰਥੀਆਂ ਤੋਂ ਆ ਜਿਹੜੇ ਕੋਈ ਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਦੇ ਆ। ਜਦੋਂ ਤੁਸੀਂ ਅੰਤਰਰਾਸ਼ਟਰੀ ਸੰਬੰਧਾਂ ਜਾਂ ਇੰਟਰਨੈਸ਼ਨਲ ਰਿਲੇਸ਼ਨਸ ਦੀ ਜਦੋਂ ਗੱਲ ਕਰਨੀ ਹੈ ਤਾਂ ਤੁਹਾਨੂੰ ਇਹਨਾਂ ਸਾਰੇ ਕਨਸੈਪਟ ਦੀ ਜਿਹੜੀ ਕਲੈਰਿਟੀ ਹੋਣੀ ਬੜੀ ਜ਼ਰੂਰੀ ਹੈ। ਸੋ ਜਿਹੜਾ ਟੀਵੀ ਹੈ ਤੁਹਾਡਾ ਉਹ ਇੱਕ ਬੜਾ ਵਧਾਈ ਦਾ ਪਾਤਰ ਹੈ ਕਿ ਤੁਸੀਂ ਵਿਦੇਸ਼ੀ ਨੀਤੀ ਨੂੰ, ਫੋਰਨ ਪਾਲਿਸੀ ਨੂੰ ਆਪਣੇ ਚੈਨਲ ਦਾ ਇੱਕ ਹਿੱਸਾ ਬਣਾਇਆ, ਔਰ ਉਮੀਦ ਕਰਦਾ ਵਾਂ ਕਿ ਇਸ ਪ੍ਰੋਗਰਾਮ ਤੋਂ ਔਰ ਆਉਣ ਵਾਲੇ ਵੀ ਜਿਹੜੇ ਪ੍ਰੋਗਰਾਮ ਸਾਡੇ ਹੋਣਗੇ ਉਹਨਾਂ ਤੋਂ ਮੈਕਸਿਮਮ ਬੈਨੀਫਿਟ ਜਿਹੜਾ ਆ ਉਹ ਸੁਣਨ ਵਾਲੇ ਦਰਸ਼ਕ, ਆਮ ਦਰਸ਼ਕ ਔਰ ਜਿਹੜੇ ਸਟੂਡੈਂਟ ਹੈ, ਵਿਦਿਆਰਥੀ, ਉਹ ਲੈ ਸਕਣਗੇ। ਜੀ ਸਰ। ਸਾਹਿਬ ਤੁਸੀਂ ਬਾਖੂਬੀ ਬੜੀ ਰਵਾਨਗੀ ਦੇ ਨਾਲ ਔਖੇ ਲੋਕਾਂ ਦੇ ਨਾਂ, ਔਖੇ ਦੇਸ਼ਾਂ ਦੇ ਨਾਮ ਲੈ ਕੇ ਬੜੀ ਡੂੰਘੀ ਜਾਣਕਾਰੀ ਸਾਨੂੰ ਦਿੱਤੀ ਹੈ। ਤੇ ਇੱਕ ਛੋਟਾ ਜਿਹਾ ਸਵਾਲ, ਜ਼ਰੂਰ ਆਖਰੀ ਸਵਾਲ ਹੈ ਕਿ ਜਦੋਂ ਤੁਸੀਂ ਭਾਰਤ ਨੂੰ ਕੁਝ ਸਲਾਹ ਦੇ ਰਹੇ ਕਿ ਭਾਰਤ ਨੂੰ ਕੀ ਕਰਨਾ ਚਾਹੀਦਾ, ਪਰ ਜਿਹੜੀ ਅਫਗਾਨਿਸਤਾਨ ਦੇ ਸੰਦਰਭ ਦੇ ਵਿੱਚ ਜਿਹੜਾ ਅਮਰੀਕਾ ਦਾ ਦੋਗਲਾਪਨ ਹੈ, ਉਸ ਦੋਗਲੇਪਨ ਦੇ ਪ੍ਰਭਾਵ ਵਿੱਚ ਭਾਰਤ ਕਿਵੇਂ ਆਪਣਾ ਜਿਹੜਾ ਸੰਤੁਲਨ ਬਣਾਵੇ? ਦੇਖੋ, ਮੈਂ ਉਹੀ ਕਿਹਾ ਨਾ, ਜਿਹੜੀ ਸਟਾਰਟਿੰਗ ਤੇ ਮੈਂ ਗੱਲ ਕਰ ਰਿਹਾ ਸੀਗਾ ਕਿ ਅਮਰੀਕਾ ਨੂੰ ਅਸੀਂ ਜਿਹੜਾ ਉਹ ਦਰਕਿਨਾਰ ਨਹੀਂ ਕਰ ਸਕਦੇ। ਅਮਰੀਕਾ ਚਾਹੇ ਦੋਗਲਾ ਹੋਵੇ ਜਾਂ ਦੋਗਲਾ ਨਾ ਹੋਵੇ, ਆਪਾਂ ਉਹਨੂੰ ਕੁਝ ਨਹੀਂ ਕਹਿਣਾ। ਇਸ ਕਰਕੇ ਉਹਦੀ ਵਜ੍ਹਾ ਆ ਕਿ ਜਦੋਂ 1948 ਦੇ ਵਿੱਚ ਜਦੋਂ ਭਾਰਤ ਆਜ਼ਾਦ ਹੋਣ ਤੋਂ ਬਾਅਦ ਜਦੋਂ ਨਾਨ ਅਲਾਈਨਮੈਂਟ ਮੂਵਮੈਂਟ ਬਣੀ ਸੀ, ਮਾਰਸ਼ਲ, ਟੀਟੋ, ਨਾਸਰ, ਗੋਮਲ ਔਰ ਨਹਿਰੂ, ਉਸ ਟਾਈਮ ਦੇ ਉੱਪਰ ਅਮਰੀਕਾ ਨੇ ਸਾਡੀ ਬੜੀ ਸਪੋਰਟ ਕੀਤੀ ਸੀ। ਉਹਦੀ ਵਜ੍ਹਾ ਸੀ ਕਿ ਜਿਹੜਾ ਨਾਨ ਅਲਾਈਨਮੈਂਟ ਕੰਟਰੀਜ਼ ਹੈ ਜਾਂ ਗੁੱਟ ਨਿਰਲੇ ਮੁਲਕ ਹੈ, ਉਹ ਕਿਤੇ ਸੋਸ਼ਲਿਜ਼ਮ ਦੇ ਜਾਂ ਰੂਸ ਦੇ ਜਾਂ ਸਟਾਲਿਨਿਜ਼ਮ ਦੇ ਪਾਏ 'ਚ ਨਾ ਚਲੇ ਜਾਣ। ਸੋ ਉਹਨਾਂ ਨੇ ਸਾਡੀ ਉਸ ਟਾਈਮ ਦੇ ਉੱਪਰ ਜਿਹੜੀ ਮਾਰਸ਼ਲ ਪਲਾਨ ਦੇ ਤਹਿਤ ਜਿਹੜੀ ਹੈਲਪ ਕੀਤੀ। ਜਦੋਂ 1962 ਦੇ ਵਿੱਚ ਚੀਨ ਨੇ ਭਾਰਤ ਤੇ ਹਮਲਾ ਕੀਤਾ ਤਾਂ ਉਸ ਟਾਈਮ ਤੇ ਰੂਸ ਨੇ ਸਾਡੀ ਕੋਈ ਮਦਦ ਨਹੀਂ ਸੀ ਕੀਤੀ। ਉਹਦਾ ਕਾਰਨ ਇਹ ਸੀ ਕਿ ਕਿਊਬਾ ਕ੍ਰਾਈਸਿਸ ਦੇ ਵਿੱਚ ਜਿਹੜਾ ਰੂਸ ਜਿਹੜਾ ਉਹ ਰੁੱਝਿਆ ਹੋਇਆ ਸੀਗਾ ਤੇ ਚੀਨ ਨੇ ਰੂਸ ਦਾ ਕਿਊਬਾ ਕ੍ਰਾਈਸਿਸ ਦੇ ਉੱਪਰ ਸਾਥ ਦਿੱਤਾ ਸੀ। ਔਰ ਰੂਸ ਨਹੀਂ ਸੀ ਚਾਹੁੰਦਾ ਵੀ ਚੀਨ ਨੂੰ ਨਾਰਾਜ਼ ਕੀਤਾ ਜਾਵੇ, ਇਸ ਕਰਕੇ ਸਾਡਾ ਉਸ ਟਾਈਮ ਤੇ ਸਾਥ ਕਿਸੇ ਨੇ ਨਹੀਂ ਦਿੱਤਾ। ਉਸ ਟਾਈਮ ਤੇ ਅਸੀਂ ਜੌਨ ਐਫ ਕੈਨੇਡੀ ਉਦੋਂ ਅਮਰੀਕਨ ਸਦਰ ਹੁੰਦੇ ਸੀਗੇ ਤੇ ਅਸੀਂ ਉਹਨਾਂ ਤੱਕ ਅਪਰੋਚ ਕੀਤੀ ਕਿ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਹੈਲਪ ਕੀਤੀ ਜਾਵੇ, ਪਰ ਕੈਨੇਡੀ ਨੇ ਕੁਝ ਕੀਤਾ ਨਹੀਂ। ਔਰ ਉਹ ਲੜਾਈ ਅਸੀਂ ਮਤਲਬ ਬੜੀ ਇੱਕ ਸ਼ਰਮਿੰਦਗੀ ਵਾਲਾ ਇੱਕ ਦੌਰ ਸੀਗਾ। ਉਸ ਤੋਂ ਬਾਅਦ ਵਿੱਚ 1964 ਦੇ ਵਿੱਚ ਜਦੋਂ ਨਹਿਰੂ ਸਾਹਿਬ ਦੀ ਜਿਹੜਾ ਵਫਾਤ ਹੋ ਜਾਂਦੀ ਆ ਤਾਂ ਅਸੀਂ ਉਦੋਂ ਲਾਲ ਬਹਾਦਰ ਸ਼ਾਸਤਰੀ ਸਾਹਿਬ ਜਿਹੜੇ ਉਹ ਵਜ਼ੀਰ ਆਜ਼ਮ ਬਣਦੇ ਆ ਤੇ 1967 ਦੇ ਵਿੱਚ ਨਾਨ ਪ੍ਰੋਲੀਫਰੇਸ਼ਨ ਟ੍ਰੀਟੀ ਜਿਹੜੀ ਆ ਉਹ ਅਸੀਂ ਜਿਹੜੀ ਆ ਉਹਨੂੰ ਅਸੀਂ ਸਾਹਮਣੇ ਰੱਖਦੇ ਹਾਂ। ਔਰ 1971 ਤੋਂ ਬਾਅਦ ਰੂਸ ਸਾਡਾ ਬੜਾ ਸਾਥ ਦਿੰਦਾ ਆ। ਉਸ ਪੁਆਇੰਟ ਤੇ ਆ ਕੇ
ਕਿ ਭਾਰਤ ਦੀ ਜਿਹੜੀ ਸੈਨਿਕ ਸ਼ਕਤੀ ਆ ਉਹ ਖੁਦ ਮੁਖਤਿਆਰ ਹੋਵੇ। ਅਸੀਂ ਇੰਨੇ ਕੁ ਤਾਕਤਵਰ ਹੈਗੇ ਕਿ ਅਸੀਂ ਕਿਸੇ ਵੀ ਵਿਦੇਸ਼ੀ ਅਗਰੈਸ਼ਨ ਦਾ ਜਿਹੜਾ ਉਹ ਸਾਹਮਣਾ ਤਾਕਤ ਨਾਲ ਕਰ ਸਕੀਏ। ਔਰ 1974 ਦੇ ਵਿੱਚ 1974 ਜਦੋਂ ਸ਼੍ਰੀਮਤੀ ਇੰਦਰਾ ਗਾਂਧੀ ਸਾਡੀ ਪ੍ਰਧਾਨ ਮੰਤਰੀ ਸੀ, ਉਸ ਟਾਈਮ ਦੇ ਉੱਪਰ ਪੋਖਰਨ ਦੇ ਵਿੱਚ ਅਸੀਂ ਪਹਿਲਾ ਜਿਹੜਾ ਨਿਊਕਲੀਅਰ ਐਕਸਪੈਰੀਮੈਂਟ ਜਿਹੜਾ ਉਹ ਕੀਤਾ ਸੀਗਾ। ਸੋ ਜਿਹੜੀ ਯੂਐਸ ਦੀ ਨੇੜਤਾ ਆ ਚਾਈਨਾ ਦੇ ਨਾਲ ਵੀ ਬੜੀ ਰਹੀ ਆ। ਡੈਨ ਜਿਆਓਪਿੰਗ ਔਰ ਅਮਰੀਕਾ ਦੀ ਬੜੀ ਦੋਸਤੀ ਰਹੀ ਹੈਗੀ ਆ। ਔਰ ਜਿਹੜੇ ਅਮਰੀਕਨ ਪ੍ਰੈਜ਼ੀਡੈਂਟ ਸੀਗੇ ਉਹ ਆਪਣੇ ਡੈਲੀਗੇਸ਼ਨ ਲੈ ਕੇ ਚੀਨ ਦੇ ਵਿੱਚ ਜਾਂਦੇ ਰਹੇ ਆ। ਔਰ ਸਾਡਾ 1970 ਤੋਂ ਲੈ ਕੇ 2008 ਤੱਕ ਇਸ ਟਾਈਮ 600 ਤੋਂ 700 ਬਿਲੀਅਨ 600 ਤੋਂ 700 ਅਰਬ ਅਮਰੀਕਨ ਡਾਲਰ ਦਾ ਜਿਹੜਾ ਸਾਡਾ ਜਿਹੜਾ ਵਪਾਰ ਅਮਰੀਕਾ ਦੇ ਨਾਲ ਆ। ਤੇ ਜਦੋਂ ਵਿਦੇਸ਼ ਨੀਤੀ ਤੈਅ ਕੀਤੀ ਜਾਂਦੀ ਆ ਉਹਦੇ ਵਿੱਚ ਇੰਟਰਸਟ ਦੇਖੇ ਜਾਂਦੇ ਆ ਕਿ ਸਾਡੇ ਇੰਟਰਸਟ ਕਿੱਥੇ ਆ, ਅਮਰੀਕਾ ਦੇ ਇੰਟਰਸਟ ਕਿੱਥੇ ਹੈਗੇ ਆ। ਤੇ ਇਹਦੇ ਵਿੱਚ ਜਿਸ ਤਰ੍ਹਾਂ ਮੈਂ ਸਟਾਰਟਿੰਗ ਤੇ ਕਿਹਾ ਸੀਗਾ ਕਿ ਜਿਹੜੀ ਕੰਟੇਨਮੈਂਟ ਥਿਊਰੀ ਹੈ ਸਪਾਈਕਮੈਨ ਦੀ, ਉਹ ਸੋਸ਼ੋਲੋਜਿਸਟ ਸੀ 1904 ਦੇ ਵਿੱਚ ਦਿੱਤੀ ਸੀ ਕਿ ਇਹ ਜਿੰਨਾ ਵੀ ਰੂਸ ਦੇ ਆਲੇ ਦੁਆਲੇ ਦਾ ਜਿਹੜਾ ਹਿੱਸਾ ਵਾ ਉਹਦੇ ਵਿੱਚ ਉਹਨੂੰ ਆਪਣੇ ਕਾਬੂ 'ਚ ਕਰਨਾ ਬੜਾ ਜ਼ਰੂਰੀ ਆ। ਭਾਰਤ ਉਹਦਾ ਇੱਕ ਅਹਿਮ ਹਿੱਸਾ ਵਾ ਕਿ ਇਹ ਮੈਡੀਟਰੇਨੀਅਨ ਤੋਂ ਲੈ ਕੇ ਤੇ ਪੈਸੀਫਿਕ ਤੱਕ ਜਿਹੜਾ ਆ ਪੂਰਬ ਦੇ ਵਿੱਚ ਪੂਰਾ ਏਰੀਆ ਜਿਹੜਾ ਆ ਉਹ ਬੜਾ ਮਹੱਤਵ ਰੱਖਦਾ ਆ। ਸੋ ਅਮਰੀਕਾ ਸਿਰਫ ਇਹ ਚਾਹੁੰਦਾ ਹੈ ਕਿ ਰੀਜਨਲ ਡਿਪਲੋਮੇਸੀ ਕੀਤੀ ਜਾਵੇ, ਰੀਜਨਲ ਪਿਵੋਟਸ ਰੱਖੇ ਜਾਣ ਏਸ਼ੀਆ ਪੈਸੀਫਿਕ ਦੇ ਵਿੱਚ, ਤੇ ਉਹ ਅਮਰੀਕਾ ਦਾ ਸਾਥ ਦੇਣ। ਸੋ ਅਮਰੀਕਾ ਚਾਹੇ ਦੋਗਲਾ ਹੋਵੇ, ਜੋ ਮਰਜ਼ੀ ਹੋਵੇ। ਅਮਰੀਕਾ ਦੀ 2011 ਤੋਂ ਜਿਹੜੀ ਉਸਾਮਾ ਬਿਨ ਲਾਦਨ ਦੀ ਮੌਤ ਤੋਂ ਬਾਅਦ ਵਿੱਚ ਉਹਦੇ ਕੋਲ ਕੋਈ ਵਜ੍ਹਾ ਨਹੀਂ ਸੀ ਕਿ ਉਹ ਅਫਗਾਨਿਸਤਾਨ 'ਚ ਰਹਿੰਦਾ। ਜੋ ਬਾਈਡਨ ਨੇ ਜਦੋਂ ਪੱਤਰਕਾਰਾਂ ਨੇ ਇਹ ਪੁੱਛਿਆ ਕਿ ਤੁਸੀਂ ਕਿਉਂ ਜਾ ਰਹੇ ਹੋ, ਕਹਿੰਦੇ ਵੀ ਅਸੀਂ ਉਹ ਵਾਰ ਲੜ ਰਹੇ ਹਾਂ ਜਿਹੜੀ ਅਫਗਾਨੀ ਖੁਦ ਵੀ ਨਹੀਂ ਲੜਨਾ ਚਾਹੁੰਦੇ। ਬਿਲਕੁਲ। ਤੇ ਅਗਰ ਇਹ ਵਾਰ ਲੜਨੀ ਆ ਤੇ ਸਾਨੂੰ ਅਗਲੇ 10 ਸਾਲਾਂ ਵਾਸਤੇ ਹੋਰ ਜ਼ਿਆਦਾ ਜਿਹੜੇ ਉਹ ਪੈਸੇ ਔਰ ਸੈਨਿਕ ਉੱਥੇ ਦੇਣੇ ਪੈਣੇ ਆ। ਔਰ ਉਹਦਾ ਨਤੀਜਾ ਉਹਨਾਂ ਨੇ ਇਹ ਕਿਹਾ ਆ, ਜੋ ਬਾਈਡਨ ਸਾਹਿਬ ਨੇ ਪੱਤਰਕਾਰਾਂ ਨੂੰ ਗੱਲ ਕਰਦਿਆਂ ਇਹ ਗੱਲ ਕਹੀ ਹੈ ਸਾਫ਼-ਸਾਫ਼ ਕਿ ਇੱਕ ਯੂਨੀਅਨ ਜਿਹੜਾ ਤਾਕਤਵਰ ਔਰ ਇੱਕ ਅਫਗਾਨਿਸਤਾਨ ਨੂੰ ਜਿਹੜਾ ਇਕੱਠਾ ਕਰਨਾ ਉਹ ਬਹੁਤ ਮੁਸ਼ਕਿਲ ਹੈ, ਨੀਅਰਲੀ ਇੰਪੋਸੀਬਲ ਹੈ। ਤੇ ਐਥਨਿਕ ਕਮਿਊਨਿਟੀਜ਼ ਇੰਨੀਆਂ ਜ਼ਿਆਦੀਆਂ ਵਾ, ਉਹਨਾਂ ਦੇ ਅਲੱਗ-ਅਲੱਗ ਵਿਚਾਰਧਾਰਾਵਾਂ ਆ, ਕੱਟੜਵਾਦ ਜਿਹੜਾ ਉਹ ਬਹੁਤ ਜ਼ਿਆਦਾ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਤਾਲਿਬਾਨ ਦਿਓਬੰਦ ਤੋਂ ਪੜ੍ਹੇ ਹੋਏ ਆ ਔਰ ਇਹ ਕਾਫੀ ਜ਼ਿਆਦਾ ਜਿਹੜੇ ਆ ਇਸਲਾਮਿਕ ਰੂਲ ਕਾਨੂੰਨਾਂ ਨੂੰ ਜਿਹੜਾ ਆ ਉਹ ਸਾਹਮਣੇ ਰੱਖਦੇ ਆ। ਤੇ ਇਸ ਕਰਕੇ ਅਮਰੀਕਾ ਜੋ ਮਰਜ਼ੀ ਕਰੇ, ਅਮਰੀਕਾ ਦੀ ਨਿਗਾਹ ਅਜੇ ਵੀ ਆਪਾਂ ਇਹ ਨਹੀਂ ਕਹਿ ਸਕਦੇ ਪੂਰੀ ਤਰ੍ਹਾਂ ਨਿਕਲ ਗਿਆ। ਅਮਰੀਕਾ ਦੀ ਨਿਗਾਹ ਆਪਣੇ ਐਲੀਜ਼ ਦੇ ਜ਼ਰੀਏ, ਆਪਣੇ ਸਾਥੀਆਂ ਦੇ ਜ਼ਰੀਏ ਅਜੇ ਵੀ ਅਫਗਾਨਿਸਤਾਨ ਦੇ ਖਿੱਤੇ ਤੇ ਆ। ਔਰ ਉਹਨਾਂ ਨੇ ਕਿਹਾ ਕਿ ਅਗਰ ਜ਼ਰੂਰਤ ਪਈ ਤਾਂ ਅਸੀਂ ਜ਼ਰੂਰ ਮਦਦ ਕਰਾਂਗੇ ਅਫਗਾਨਿਸਤਾਨ ਨੂੰ ਜਿਹੜਾ ਹੋਰ ਐਸਟੈਬਲਿਸ਼ ਕਰਨ ਦੇ ਵਿੱਚ। ਔਰ ਉਹ ਆਪਣੇ ਜਿਹੜੇ ਅਸਿੱਧੇ ਤਰੀਕਿਆਂ ਦੇ ਨਾਲ ਇਹ ਤੇ ਨਿਗਾਹ ਪੂਰੀ ਰੱਖ ਰਿਹਾ ਵਾ। ਪ੍ਰਿੰਸੀਪਲ ਸਾਹਿਬ ਸਤਜਿੰਦਰ ਸਿੰਘ ਜੀ, ਤੁਸੀਂ ਜਿੰਨੀ ਡੂੰਘੀ ਜਾਣਕਾਰੀ ਦੇ ਰਹੇ ਹੋ ਤੇ ਅੱਗੇ ਤੋਂ ਅੱਗੇ ਹੋਰ ਪ੍ਰਸ਼ਨ ਪੈਦਾ ਹੋਈ ਜਾਂਦੇ ਨੇ, ਪਰ ਸਮਾਂ ਆਗਿਆ ਨਹੀਂ ਦਿੰਦਾ। ਤੇ ਹੁਣ ਤੇ ਮੈਨੂੰ ਲੱਗਦਾ ਕਿ ਸਾਡੇ ਟੀਵੀ ਸਿਰ ਤੁਹਾਡਾ ਕੋਈ ਆਸਾਨ ਨਹੀਂ ਹੋਏਗਾ। ਸਾਨੂੰ ਦਰਸ਼ਕਾਂ ਦੇ ਫੋਨ ਆਉਂਦੇ ਨੇ, ਸਰੋਤਿਆਂ ਦੇ ਫੋਨ ਆਉਂਦੇ ਨੇ ਕਿ ਸਰਦਾਰ ਜੀ ਨੂੰ ਦੁਬਾਰਾ ਟੀਵੀ ਤੇ ਇੰਟਰਵਿਊ ਲਈ ਲੈ ਕੇ ਆਓ, ਤੇ ਅਸੀਂ ਫਿਰ ਤੁਹਾਨੂੰ ਬੇਨਤੀ ਕਰਦੇ ਹਾਂ। ਸੋ ਇਹ ਤੁਸੀਂ ਜਵਾਬ ਦੇ ਹੁਣ ਦਰਸ਼ਕਾਂ ਨੂੰ ਆਓ, ਤੇ ਦਰਸ਼ਕ ਤੁਹਾਨੂੰ ਵਾਰ-ਵਾਰ ਹੁਕਮ ਕਰਨਗੇ ਤੇ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਨੀ ਪੈਗੀ। ਸੋ ਬਹੁਤ ਡੂੰਘੀ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ। ਪੁਕਾਰ ਟੀਵੀ ਦੀ ਟੀਮ ਵੱਲੋਂ ਤੁਹਾਡਾ ਧੰਨਵਾਦ।